फतेह है। बिघ्न विनाशन सोए। सतनाम वाहिगुरु साहिब जी। गुरु गरीबन वार। धन धन श्री गुरु नानक देव जी महाराज। अड़िल श्री नानक जी धन। अमर गण मन है। तू पतितन केर अधिक मत धन है। औपी कछुक धन अपन और मैं लखो। हो जग पर संस मम तोर गयो असविद लिखो। वाहिगुरु जी का खालसा वाहिगुरु जी की फतेह। जुगो जुग अटल छवर छत्र तख्त दे मालक। दीना बंधु सतगुरु गुरु ग्रंथ ਸਾਹਿਬ महाराज जी की पावन गोद विच आप माई भाई संगतां शरधा भावना दे नाल सजे सारी संगत नूं जी आया। आखो जी वाहिगुरू जी का वाहिगुरू। सतगुरां दी अपार किरपा हो रही है, क्योंकि किरपा तो बिना दर्शन नहीं हुंदे। दर्शनां तो बिना सुख नहीं मिलता, ते सुख तो बिना जिंदगी अधूरी है। इस करके महाराज सच्चे पातशाह जी का कोटि कोट शुक्र है जो आप महाराज जी के दर्शन कर रहे हैं। आओ साध संगत जी, गुरु साहिब जी के लड़ीवार इतिहास बड़े प्यारे बचन महाराज जी के सरवण करन तो पहला सारी संगत पांच मूल मंत्र दे जाप पढ़िए जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद एक ओंकार सतनाम करता पुरख निर्भव निर्वैर अकाल मूरत अजूनी सैभं
ਪ੍ਰਸਾਦਿ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਵਾਹਿਗੁਰੂ 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 ਧੰਨ ਗੁਰੂ ਮਹਾਰਾਜ ਸਾਹਿਬ ਮਹਾਰਾਜ ਜਿਨ੍ਹਾਂ ਨੇ ਬਚਨ ਕੀਤੇ ਸਨ ਕਿ ਉਹ ਕਿਹੜਾ ਬੂਟਾ ਹੈ ਜਿਹਨੂੰ ਸਾਰੇ ਫਲ ਲੱਗਦੇ ਆ। ਤੇ ਮਾਲੀ ਕਹਿੰਦਾ ਮਹਾਰਾਜ ਐਸਾ ਬੂਟਾ ਕੋਈ ਨਹੀਂ ਜਿਹਨੂੰ ਸਾਰੇ ਫਲ ਲੱਗਦੇ। ਤੇ ਗੁਰੂ ਮਹਾਰਾਜ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਸੁਖਮਣੀ ਸਾਹਿਬ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਉਸ ਬੂਟੇ ਦਾ ਜ਼ਿਕਰ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਕੀ ਨਾਂ ਹੈ ਉਸ ਬੂਟੇ ਦਾ? ਤੇ ਮਹਾਰਾਜ ਜੀ ਨੇ ਅਸ਼ਟਪਦੀ ਪੜ੍ਹੀ। ਸਾਹਿਬ ਜੀ ਨੇ ਬਚਨ ਕੀਤਾ, ਮਾਰੇ ਕਹਿੰਦੇ ਪ੍ਰਭੂ ਕੋ ਸਿਮਰੈ ਸੇ ਧਨਵੰਤੇ। ਕਹਿੰਦੇ ਜਿਹੜਾ ਸਿਮਰਨ ਹੈ ਇਹਨੂੰ ਮਾਇਆ ਰੂਪੀ ਫਲ ਲੱਗਦਾ ਹੈ। ਭਾਵ ਮਾਇਆ ਕਿਸੇ ਦਰਖਤ ਨੂੰ ਨਹੀਂ ਲੱਗਦੀ, ਪਰ ਗੁਰੂ ਮਹਾਰਾਜ ਸਾਹਿਬ ਕਹਿੰਦੇ ਕਿ ਸਿਮਰਨ ਦਾ ਬੂਟਾ ਹੈ, ਜਿਹਨੂੰ ਸਿਮਰਨ ਕਰੀਏ ਤੇ ਮਾਇਆ ਵਾਧੂ ਹੋ ਜਾਂਦੀ। ਮੈਂ ਨਹੀਂ ਕਹਿੰਦਾ, ਮਾਰੇ ਕਹਿੰਦੇ ਪ੍ਰਭੂ ਕੋ ਸਿਮਰੈ ਸੇ, ਜਿਹੜੇ 10 ਰੁਪਈਆਂ ਨੂੰ ਤਰਸਦੇ ਸੀ ਅੱਜ ਮਹਾਰਾਜ ਨੇ ਵੇਖੋ ਕਿੰਨੇ ਪੈਸੇ ਦਿੱਤੇ। ਮਹਾਰਾਜ ਕਹਿੰਦੇ ਪ੍ਰਭੂ ਕੋ ਸਿਮਰੈ ਸੇ ਪਤਵੰਤੇ, ਇੱਜ਼ਤ ਵਾਲੇ ਬਣ ਗਏ। ਜਿਨ੍ਹਾਂ ਨੂੰ ਇਹ ਲੋਕੀ ਕਹਿੰਦੇ ਸੀ, ਝਿੜਕਾਂ ਮਾਰਦੇ ਸੀ, ਧੱਕੇ ਮਾਰਦੇ ਸੀ, ਅੱਜ ਕਹਿੰਦੇ ਸਿੰਘ ਸਾਹਿਬ ਜੀ ਬੈਠੋ ਪ੍ਰਭੂ ਕੋ ਸਿਮਰੈ ਸੇ ਪਤਵੰਤੇ। ਮਹਾਰਾਜ ਕਹਿੰਦੇ ਵੇਖ ਤੈਨੂੰ ਇੱਜ਼ਤ ਵਾਲਾ ਬਣਾਇਆ। ਹਜੇ ਵੀ ਤੈਨੂੰ ਸ਼ੱਕ ਹੈ ਪ੍ਰਭੂ ਦੇ ਸਿਮਰਨ ਦੇ ਬੂਟੇ ਤੇ? ਸਿਮਰਨ ਤੇ ਹੁੰਦਾ ਹੀ ਨਹੀਂ ਸਕਦੇ।
ਕਿਤੇ ਕਿਤੇ ਮਹਾਰਾਜ ਜੀ ਖੁਸ਼ ਹੁੰਦੇ ਇੱਦਾਂ ਸੰਗਤ ਵਿੱਚ, ਜੀ ਕਰਦਾ ਸਿਮਰਨ ਕਰੀ ਜਾਈਏ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਵੇ। ਮਹਾਰਾਜ ਕਹਿੰਦੇ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ। ਕਿੱਡਾ ਵੱਡਾ ਫਲ ਲੱਗਾ ਇਸ ਬੂਟੇ ਨੂੰ, ਤ੍ਰਿਸ਼ਨਾ ਹੀ ਬੁਝ ਗਈ, ਜਿਹੜੀ ਕਿ ਮਰਨ ਤੋਂ ਬਾਅਦ ਹੀ ਬੁਝਦੀ, ਪਹਿਲਾਂ ਨਹੀਂ ਬੁਝਦੀ। ਪਰ ਮਹਾਰਾਜ ਕਹਿੰਦੇ ਪ੍ਰਭ ਕੋ ਸਿਮਰੈ ਸਭ ਕੇ ਸੁਝੈ। ਇਸ ਕਰਕੇ ਕਹਿੰਦੇ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਦਰਬਾਰ 'ਚ ਆਪਾਂ ਬੈਠੇ ਆ ਨਾ, ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬੂਟਾ ਸਿਮਰਨ ਦਾ ਲਾਇਆ। ਇਸ ਬੂਟੇ ਨੂੰ ਸਾਰੇ ਹੀ ਫਲ ਲੱਗਦੇ ਆ, ਪਰ ਇਹ ਬੂਟਾ ਘਰ 'ਚ ਲਾਇਆ ਨਹੀਂ ਜਾਂਦਾ। ਜੇ ਲਾਈਦਾ ਤੇ ਸੁੱਕ ਜਾਂਦਾ, ਭਾਵ 2-4 ਦਿਨ ਨਾਮ ਜਪ ਕੇ ਫਿਰ ਉੱਦਾਂ ਦੀ ਹੋ ਜਾਈਦਾ। ਇਹ ਬੂਟਾ ਜਿਹੜਾ, ਇਹਨੂੰ ਰੋਜ਼ ਪਾਣੀ ਪਾਉਣਾ ਪੈਣਾ, ਸਵੇਰੇ ਸ਼ਾਮ। ਅਣਦਿਨ ਸਾਹਿਬ ਸੇਵੀ ਹੈ, ਅਣਦਿਨ ਮੈਨੇ ਰੋਜ਼। ਇੱਕ ਦਿਨ ਵੀ ਇਸ ਬੂਟੇ ਨੂੰ ਪਾਣੀ ਨਾ ਪਿਆ ਤੇ ਬੂਟੇ ਨੇ ਸੁੱਕ ਜਾਣਾ। ਇਸ ਕਰਕੇ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਸਿਮਰਨ ਦੇ ਬੂਟੇ ਨੂੰ ਸਵੇਰੇ ਸ਼ਾਮ ਪਾਣੀ ਕਾਹਦਾ ਪਾਉਣਾ, ਸਵਾਸਾਂ ਦਾ। ਵਾਹਿਗੁਰੂ 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 ਵਾਹਿਗੁਰੂ। ਸੋ ਮਹਾਂਪੁਰਖ ਧਾਰਨਾ ਵੀ ਪੜ੍ਹਦੇ ਹੁੰਦੇ ਸੀ, ਉਹਨਾਂ ਨੇ ਬੜੇ ਪ੍ਰੇਮ ਨਾਲ ਪੜ੍ਹਨਾ। ਸਭੇ ਇੱਛਾ ਹੋਣ ਪੂਰੀਆਂ ਤੇਰੀਆਂ, ਸਤਿਨਾਮ ਬੋਲ ਵਾਹਿਗੁਰੂ। ਸਭੇ ਇੱਛਾ ਹੋਣ ਤੇਰੀਆਂ ਪੂਰੀਆਂ, ਸਤਿਨਾਮ ਬੋਲ ਵਾਹਿਗੁਰੂ। ਸਭੇ ਇੱਛਾ ਹੋਣ ਪੂਰੀਆਂ ਤੇਰੀਆਂ, ਸਤਿਨਾਮ ਬੋਲ ਵਾਹਿਗੁਰੂ। ਸਭੇ ਇੱਛਾ ਹੋਣ ਪੂਰੀਆਂ ਤੇਰੀਆਂ, ਸਤਿਨਾਮ ਬੋਲ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ਼ੁਰੂ ਕਰ ਦੇ, ਆਪੇ ਹੀ ਪਤਾ ਲੱਗ ਜੇਗਾ। ਸ੍ਰੀ ਨਾਨਕ ਜੀ ਧੰਨ ਅਮਰ ਕਰਨ ਮਨ ਹੈ। ਭਈਆ ਜੈ ਰਾਮ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਤੂੰ ਧੰਨ ਹੈ, ਤੂੰ ਧੰਨ ਹੈ। ਤੈਨੂੰ ਦੇਵਤੇ ਵੀ ਨਮਸਕਾਰ ਕਰਦੇ, ਬੰਦਿਆਂ ਨੇ ਤੇ ਕਰਨੀ ਕਰਨੀ ਹੈ। ਤੈਨੂੰ ਤੇ ਪਰੀਆਂ ਵੀ ਲੋਚਦੀਆਂ, ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਬਚ ਪਿਆਲੇ। ਕਹਿੰਦੇ ਇਸ ਕਰਕੇ ਜਿਨ੍ਹਾਂ ਦੇ ਚਿਹਰੇ ਵੇਖ ਕੇ ਮੋਹਣੀਆਂ ਮਨ ਮੋਹਿਆ ਜਾਂਦਾ ਹੈ, ਦੁਨੀਆ ਉਹਨਾਂ ਦੇ ਪਿੱਛੇ ਤੁਰ ਪੈਂਦੀ ਹੈ। ਉਹ ਵੀ ਤੈਨੂੰ ਵੇਖ ਵੇਖ ਕੇ ਮਹਾਰਾਜ ਰੱਜਦੀਆਂ ਹੀ ਨਹੀਂ। ਗਾਵੇ ਮੋਹਣੀਆਂ ਮਨ ਮੋਹਨ, ਜਿਹੜੀਆਂ ਚੀਜ਼ਾਂ ਨੂੰ ਦੁਨੀਆ ਖਿੱਚ ਕੇ ਲੈ ਗਈ, ਦੁਨੀਆ ਨੂੰ ਆਪਣੇ ਵੱਲ ਨੂੰ ਲਿਜਾ ਰਹੀਆਂ ਧੂ ਧੂ ਕੇ ਦਿਨੇ ਰਾਤ। ਤੇ ਪਰ ਇੱਥੇ ਸੋਦਰ ਵਿੱਚ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੇ ਵਾਹਿਗੁਰੂ, ਇਹ ਜਿਹੜੀਆਂ ਮੋਹਣੀਆਂ ਹਨ ਕਈ ਤਰ੍ਹਾਂ ਦੀਆਂ, ਮਾਇਆ ਵੀ ਇੱਕ ਮੋਹਣੀ ਇਹਨਾਂ ਦੇ ਵਿੱਚੋਂ, ਔਰਤ ਰੂਪੀ ਵੀ, ਕੱਪੜਾ ਰੂਪੀ ਵੀ, ਸੁੱਖ ਰੂਪੀ ਵੀ। ਤੋ ਇਸ ਕਰਕੇ ਜਿੰਨੀਆਂ ਵੀ ਮੋਹਣੀਆਂ ਚੀਜ਼ਾਂ ਹਨ ਇਹ ਪਰਮੇਸ਼ਰ ਨੂੰ ਵੀ ਵੇਖ ਵੇਖ ਕੇ ਨਹੀਂ ਰਾਜਦੀਆਂ। ਕਿੰਨਾ ਸੋਹਣਾ ਹੋਵੇਗਾ ਪਰਿਪੂਰਨ ਪ੍ਰਮਾਤਮਾ। ਗੁਰੂ ਨਾਨਕ ਸਾਹਿਬ ਤੈਨੂੰ ਦੇਵਤੇ ਵੀ ਤਰਸਦੇ ਹਨ। ਤੂੰ ਅਗਨੀ ਤਿਨ ਕੇਰ ਅਧਿਕ ਮਤ ਧਨ ਹੈ। ਕਹਿੰਦੇ ਬੇਬੇ ਨਾਨਕੀ ਨੂੰ ਕਹਿੰਦੇ ਨਾਨਕੀ ਤੂੰ ਵੀ ਧਨ ਹੈ। ਸਾਰੇ ਆਖੋ ਧੰਨ ਬੇਬੇ ਨਾਨਕੀ ਜੀ, ਧੰਨ ਬੇਬੇ ਨਾਨਕੀ ਜੀ, ਧੰਨ ਬੇਬੇ ਨਾਨਕੀ ਜੀ। ਕਹਿੰਦੇ ਤੂੰ ਵੀ ਧਨ ਹੈ। ਤੇ ਬੇਬੇ ਕਹਿੰਦੀ ਮੈਂ ਕਿਉਂ ਧਨ ਹੈ? ਤੇ ਉਹ ਕਹਿਣ ਲੱਗੇ ਕਿਉਂਕਿ ਤੂੰ ਭੈਣ ਹੈ ਗੁਰੂ ਨਾਨਕ ਦੀ, ਤੇਰਾ ਰਿਸ਼ਤਾ ਜੁੜਦਾ। ਸੰਗਤੇ ਅੱਜ ਨਹੀਂ ਕਦਰ ਰਹਿ ਗਈ। ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਵੀ ਹਿੰਦੂ ਮੁਸਲਮਾਨ ਉਹ ਲੋਕ ਜਿਹੜੇ ਗੁਰੂ ਗੋਬਿੰਦ ਸਿੰਘ ਬਾਬੇ ਨਾਨਕ ਨੂੰ ਕਹਿੰਦੇ ਸੀ ਬਾਬਾ ਸਾਨੂੰ ਸਿੱਖੀ ਬਖਸ਼, ਬਾਬਾ ਭਾਵੇਂ ਸਾਡਾ ਪਰਿਵਾਰ ਵੀ ਸ਼ਹੀਦ ਹੋ ਜੇ, ਸਾਡਾ ਕੁਛ ਵੀ ਨਾ ਰਵੇ। ਸੇਠ ਟੋਡਰ ਮੱਲ ਨੇ ਸਿੱਖੀ ਲੈਣ ਬਦਲੇ 2 ਅਰਬ 50 ਕਰੋੜ ਰੁਪਈਆ ਦਿੱਤਾ। ਦੇ ਦੂ ਕੋਈ ਅੱਜ? ਮੈਂ ਤਾਂ ਨਹੀਂ ਜੇ ਦੇ ਸਕਦਾ। ਆਖੋ ਸਤਿਨਾਮ।
ਤੁਹਾਡੇ ਚੋਂ ਕੋਈ ਹੋਵੇ ਤੇ ਹੋ ਸਕਦਾ। 20 ਰੁਪਈਏ ਗੁਰਦੁਆਰੇ ਦਿੱਤੇ, ਉਹਨਾਂ ਚਿਰ ਦਿਲ ਨੂੰ ਸ਼ਾਂਤੀ ਨਹੀਂ ਆਉਂਦੀ ਜਿੰਨਾ ਚਿਰ ਬਾਬਾ ਕਹਿੰਦਾ ਨਹੀਂ ਮਾਤਾ ਵੱਲੋਂ 20 ਰੁਪਈਏ। 2 ਕਿਲੋ ਆਟਾ ਚੜਾਇਆ, ਉਹਨਾਂ ਚਿਰ ਠੰਡ ਜੀ ਨਹੀਂ ਪੈਂਦੀ ਜਿੰਨਾ ਚਿਰ ਬਾਬਾ ਕਹਿੰਦਾ ਮਾਤਾ ਨੇ ਚੜਾਇਆ। ਇੱਦਾਂ ਦੇ ਹਾਂ ਆਪਾਂ। ਤੋ ਇਸ ਕਰਕੇ ਮਹਾਰਾਜ ਦੀ ਸਿੱਖੀ ਬੜੀ ਔਖੀ ਹੈ। ਆਪਾਂ ਤਾਂ ਵੇਖਦੇ ਰਹੀਦਾ ਵੀ ਕਦੋਂ ਕੋਈ ਸਾਡਾ ਧੰਨਵਾਦ ਕਰੇ ਤੇ ਸਾਨੂੰ ਸੁੱਖ ਮਿਲੇ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਆਪ ਕੋ ਜੋ ਜਾਣੇ ਨੀਚਾ ਸੋ ਗਣੀਐ। ਧੰਨ ਮੇਰੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਸਿੱਖੀ ਬਖਸ਼ੋ। ਸਿੱਖੀ ਨੂੰ ਤਰਲੇ ਲੈਂਦੇ ਰਹਿ ਗੈਰ ਧਰਮ ਦੇ ਲੋਕ, ਤੇ ਅੱਜ ਜਿਨ੍ਹਾਂ ਦੇ ਘਰ 'ਚ ਸਿੱਖੀ ਸੀ ਧੱਕੇ ਮਾਰ ਮਾਰ ਕੇ ਕੱਢਤੀ। ਉਹ ਤੁਹਾਨੂੰ ਵੀ ਪਤਾ, ਕਿਉਂਕਿ ਵਸ ਨਹੀਂ ਕਿਸੇ ਦੇ। ਸਮਾਂ ਬੜਾ ਮਾੜਾ ਹੈ, ਬਹੁਤ ਭਿਆਨਕ ਸਮਾਂ ਹੈ। ਮਾਂ ਵਿਚਾਰੀ ਤੇ ਜਿੰਨਾ ਚਿਰ ਹੱਥਾਂ 'ਚ ਸੀ ਉਹ ਤੇ ਮੀਡੀਆਂ ਮੂਡੀਆਂ ਕਰਦੀ ਰਹੀ, ਵਿਚਾਰੀ ਬਥੇਰਾ ਖਪਦੀ ਰਹੀ, ਪਰ ਉਹਦੇ ਖਪਣ ਦਾ ਮੁੱਲ ਨਹੀਂ ਮੋੜਿਆ। ਉਹ ਤੇ ਵਿਚਾਰੀ ਕਿੰਨਾ ਟਾਈਮ ਘੱਟ ਹੁੰਦਾ ਮਾਂ ਕੋਲ, ਤੇ ਤਾਂ ਵੀ ਵੇਖ ਲਓ ਸਾਰਾ ਘਰ ਦਾ ਕਰਕੇ ਤੇ ਕਹਿੰਦੀ ਮੇਰੇ ਪੁੱਤ ਦੀ ਸਿੱਖੀ ਬਚੇ। ਉਹ ਕਿੰਨੇ ਨਿੱਕੇ ਨਿੱਕੇ ਕੇਸ ਇੱਦਾਂ ਇੱਦਾਂ ਵਲ ਕੇ ਉਹਨੂੰ ਮੀਡੀ ਕਹਿੰਦੇ। ਉਹ ਬੜੀ ਮਿਹਨਤ ਮੰਗਦੀ ਹੱਥਾਂ ਦੀ, ਜਿਨ੍ਹਾਂ ਦੇ ਬੋਧੇ ਤੇਲ ਲਾਇਆ ਬੁਰਸ਼ ਵਾਇਆ ਤੇ ਦਫਾ ਹੋ ਬਹੁ ਬਸ। ਤੇ ਜਿਨ੍ਹਾਂ ਦੇ ਮਾਵਾਂ ਮੇਰੀਆਂ ਭੈਣਾਂ ਗੁੱਸਾ ਨਾ ਕਿਉਂ ਕਰਿਓ ਭਾਈ, ਗੁਰੂ ਦੀ ਸਿੱਖੀ ਹੈ। ਮੈਂ ਬੰਦ ਕਟਾਏ ਅਗਲਿਆਂ ਨੇ, ਕਈ ਗੁੱਸਾ ਜਿਹਾ ਕਰਦੇ ਆ, ਸੇ ਖੋਪਰੀਆਂ ਲੱਥੀਆਂ। ਤੇ ਉਹ ਮਾਤਾ ਵਿਚਾਰੀਆਂ ਨਿੱਕੀਆਂ ਨਿੱਕੀਆਂ ਮੀਡੀਆਂ ਕਰਕੇ 2-2 4-4 ਫਿਰ ਰੁਮਾਲ, ਫਿਰ ਭੜਕਾ ਵੀ ਧੋਣਾ। ਮਿਹਨਤ ਬੜੀ ਹੈ ਨਾ, ਇਸ ਕਰਕੇ ਉਸ ਮਾਂ ਤੂੰ ਧੰਨ ਹੈ ਜਿੰਨਾ ਚਿਰ ਤੇਰੇ ਹੱਥਾਂ 'ਚ ਸੀ ਤੂੰ ਆਪਣਾ ਫਰਜ਼ ਨਿਭਾਤਾ। ਗੁਰੂ ਗੋਬਿੰਦ ਸਿੰਘ ਤੇਰੀ ਸੇਵਾ ਨਹੀਂ ਮੋੜਦੇ। ਅੱਜ ਆਪਣੇ ਆਪ ਜੋਗਾ ਹੋ ਗਿਆ ਤੇ ਅੱਜ ਭਾਰ ਸਮਝ ਕੇ ਛੱਡ ਦਿੱਤਾ। ਪਤਾ ਫਿਰ ਲੱਗਣਾ ਜਦੋਂ ਇਹ ਸਾਰੀ ਜਵਾਨੀ ਦਾ ਭੂਤ ਉਤਰ ਗਿਆ ਨਾ, ਸਾਰਾ ਨੁੱਚੜ ਗਿਆ ਜਦੋਂ ਐਨ। ਤੇ ਉਸ ਤਰ੍ਹਾਂ ਨਿੰਬੂ ਜਿਹੜਾ ਹੁੰਦਾ ਜਦੋਂ ਰਸ ਨਾਲ ਭਰਿਆ ਹੋਵੇ ਤੇ ਉਹ ਆਪਣਾ ਆਪ ਦਿਖਾਉਂਦਾ, ਤੇ ਜਦੋਂ ਫਿਰ ਨਿਚੋੜ ਦਈਦਾ ਤੇ ਫਿਰ ਉਹ ਕਿਸੇ ਨਾ ਕਿਸੇ ਰੂੜੀ ਤੇ ਪਿਆ ਹੁੰਦਾ। ਮਹਾਰਾਜ ਕਹਿੰਦੇ ਅੱਜ ਤੇਰੇ ਤੇ ਜਵਾਨੀ ਹੈ, ਕੋਈ ਨਹੀਂ ਆਪਣਾ ਆਪ ਵਿਖਾਉਣਾ ਏ। ਜਦੋਂ ਨੁੱਚੜ ਗਿਆ ਤੇ ਫਿਰ ਤੈਨੂੰ ਪਤਾ ਲੱਗੂ ਮਾਲਕ ਕੀ ਹੁੰਦਾ। ਇਸ ਤਰ੍ਹਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜਿੱਦਾਂ ਡੱਬੇ ਦੇ ਵਿੱਚ ਬਰਫੀ ਆ, ਤੇ ਬਰਫੀ ਡੱਬੇ 'ਚ ਜਿੰਨਾ ਚਿਰ ਉਹਨਾਂ ਚਿਰ ਡੱਬੇ ਦੀ ਔਕਾਤ ਹੈ। ਜਦੋਂ ਬਰਫੀ ਮੁੱਕੀ ਤੇ ਡੱਬਾ ਕਿੱਥੇ ਸੁੱਟਦੇ ਹੁੰਦੇ? ਡਸਟਬੀਨ 'ਚ। ਜਿੰਨਾ ਚਿਰ ਉਹਦੇ 'ਚ ਮਿੱਠਾ ਉਹਨਾਂ ਚਿਰ ਸਾਡੀ ਫਰਿੱਜ 'ਚ ਰਹਿੰਦਾ, ਸਾਡੇ ਟੇਬਲ 'ਤੇ, ਸਾਡੇ ਝੋਲੇ 'ਚ ਰਹਿੰਦਾ। ਮਿੱਠਾ ਮੁੱਕਾ ਨਹੀਂ ਤੇ ਡੱਬਾ ਸੁੱਟਿਆ ਨਹੀਂ। ਬਾਣੀ ਕਹਿੰਦੀ ਤੇਰੇ ਵੀ ਸਵਾਸ ਮੁੱਕੇ ਨਹੀਂ ਤੇ ਤੇਰੇ ਡੱਬੇ ਨੂੰ ਅਗਲਿਆਂ ਨੇ ਸੁੱਟਿਆ ਨਹੀਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਦੀ ਭੈਣ ਜੀ ਬੇਬੇ ਨਾਨਕੀ ਨੂੰ ਭਾਈਆ ਜੈ ਰਾਮ ਕਹਿੰਦੇ ਬੇਬੇ ਜੀ ਕਰਦਾ ਤੇਰੇ ਪੈਰੀਂ ਹੱਥ ਲਾਵਾਂ, ਤੇਰਾ ਖੂਨ ਦਾ ਰਿਸ਼ਤਾ। ਆ ਜਿੰਨੇ ਆਪਾਂ ਬੈਠੇ ਆਪਣਾ ਬਾਬੇ ਨਾਨਕ ਨਾਲ ਖੂਨ ਦਾ ਰਿਸ਼ਤਾ ਜੀ। ਤੁਸੀਂ ਕਹੋਗੇ ਇਹ ਕਿਉਂ? ਬਾਣੀ ਕਹਿੰਦੀ ਏਕ ਪਿਤਾ ਏਕ ਸਕੇ ਹਮ ਬਾਰਿਕ। ਜਿਹੜਾ ਵੀ ਸਿੱਖ ਦੇ ਘਰ ਪੈਦਾ ਹੋਇਆ, ਚਾਹੇ ਬੀਬੀ ਜਾਂ ਬੰਦਾ ਏ, ਉਹਦਾ ਖੂਨ ਦਾ ਰਿਸ਼ਤਾ ਏ। ਉਹ ਵੱਖਰੀ ਗੱਲ ਆ। ਕਹਿੰਦੇ ਸਿਆਣੇ ਵੀ ਲਹੂ ਸ਼ਪੈਦ ਹੋ ਜਾਂਦੇ, ਹੁਣ ਹੋਏ ਆ ਗਏ। ਅੱਗੇ ਨਹੀਂ ਸੀ, ਅੱਗੇ ਲਾਲ ਹੀ ਸੀ, ਹੁਣ ਚਿੱਟੇ ਹੋ ਗਏ ਆ। ਕਿਉਂਕਿ ਹੁਣ ਅਸੀਂ ਕਹਿੰਦੇ ਆ ਵੀ ਨਹੀਂ, ਅਸੀਂ ਬਾਬਾ ਤੇਰੇ ਵਰਗੇ ਨਹੀਂ ਰਹਿਣਾ। ਇਸ ਕਰਕੇ ਭਾਈਆ ਜੈ ਰਾਮ ਬੇਬੇ ਨੂੰ ਕਹਿੰਦਾ ਬੇਬੇ ਤੂੰ ਹੀ ਧੰਨ ਆ। ਬੇਬੇ ਕਹਿੰਦੀ ਤੁਸੀਂ ਨਾ ਇੱਦਾਂ ਕਰੋ, ਤੁਸੀਂ ਮੇਰੇ ਪਤੀ ਆ। ਕਹਿੰਦੇ ਮੈਂ ਤੇਰਾ ਪਤੀ ਹਾਂ ਤੇ ਤੂੰ ਰੱਬ ਦੀ ਭੈਣ ਆ। ਇਹ ਤੇਰੀ ਹਸਤੀ ਜਿਹੜੀ ਬੜੀ ਉੱਚੀ ਹੈ। ਇਸ ਤਰ੍ਹਾਂ ਕਰਕੇ ਉਹਨਾਂ ਦੀਆਂ ਅੱਖਾਂ ਵਿੱਚ ਜਾਲ ਆਇਆ, ਵਿਰਾਗ ਆ ਗਿਆ, ਭਿੱਜ ਗਏ। ਬੇਬੇ ਕਹਿੰਦੀ ਕੀ ਹੋਇਆ? ਕਹਿੰਦਾ ਨਾਨਕੀ ਥੋੜ੍ਹੇ ਜਿਹੇ ਅਸੀਂ ਵੀ ਧੰਨ ਆ। ਕਹਿੰਦੇ ਵੀ ਤੁਸੀਂ ਥੋੜ੍ਹੇ ਜਿਹੇ ਕਿਉਂ ਧੰਨ ਹੋ? ਕਹਿੰਦੇ ਅਸੀਂ ਇਸ ਕਰਕੇ ਧੰਨ ਆ, ਸਾਡਾ ਰਿਸ਼ਤਾ ਤੁਹਾਡੇ ਘਰ ਜੁੜ ਗਿਆ। ਤੇ ਬਾਬੇ ਨਾਨਕ ਦੇ ਤੇ ਭਗਤਾਂ ਦੀਆਂ 21 ਕੁਲਾਂ ਤਰ ਜਾਂਦੀਆਂ, 7 ਨਾਨਕਿਆਂ ਦੀਆਂ, 7 ਸਹੁਰਿਆਂ ਦੀਆਂ ਤੇ 7 ਦਾਦਕਿਆਂ ਦੀਆਂ। ਸੱਤੂ ਤੀਆ 21। ਗੁਰਬਾਣੀ ਵੀ ਕਹਿੰਦੀ 21 ਕੁਲੀ ਸਭ ਜਗਤ ਛਡਾਵੈ। ਰੱਬ ਦੇ ਪਿਆਰਿਆਂ ਦੀਆਂ, ਤੇ ਜਿਹੜਾ ਖੁਦ ਹੀ ਰੱਬ ਹੈ। ਇਸ ਕਰਕੇ 3 ਸ਼ਬਦ ਕਹੇ ਗੁਰੂ ਨਾਨਕ ਸਾਹਿਬ ਤੂੰ, ਸਾਰੇ ਬੋਲੋ ਗੁਰੂ ਨਾਨਕ ਸਾਹਿਬ ਤੂੰ, ਬੇਬੇ ਨਾਨਕੀ ਤੂੰ। ਥੋੜ੍ਹੇ ਜਿਹੇ ਕਹਿੰਦੇ ਅਸੀਂ ਵੀ ਧੰਨ ਆ ਕਿ ਸਾਨੂੰ ਤੁਹਾਡਾ ਰਿਸ਼ਤਾ ਜਿਹੜਾ ਉਹ ਮਿਲ ਗਿਆ।
ਸਾਡਾ ਤੁਹਾਡੇ ਨਾਲ ਆਉਣਾ ਜਾਣਾ ਬਣ ਗਿਆ। ਹੋ ਜਗ ਪ੍ਰਸੰਗ ਮਨ ਤੋਰ ਭਇਓ ਵਸੁਦਿਤ ਤਿਖੋਂ। ਕਹਿੰਦੇ ਇਸ ਤਰ੍ਹਾਂ ਰਹਿੰਦੀ ਦੁਨੀਆ ਤੱਕ ਬੇਬੇ ਉਹਨਾਂ ਤਾਂ ਨਹੀਂ ਕਿਹਾ, ਕਿਉਂਕਿ ਉਹਨਾਂ ਦੇ ਮਹਿਲ ਸੀ। ਕਹਿੰਦੇ ਰਹਿੰਦੀ ਦੁਨੀਆ ਤੱਕ ਤੁਹਾਨੂੰ ਤੇ ਦੁਨੀਆ ਪੂਜੂਗੀ, ਕਿਤੇ ਤੁਹਾਡੇ ਨਾਲ ਲੱਕੜ ਨਾਲ ਲੋਹਾ ਵੀ ਤਰ ਜਿਆ ਕਰੇਗਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਤੇਰਾ ਜ਼ਿਕਰ ਹੋਇਆ ਕਰੇਗਾ, ਕਥਾ ਹੋਣਗੀਆਂ, ਸੰਗਤ ਸੁਣਨ ਆਇਆ ਕਰੇਗੀ, ਤੇ ਕਿਤੇ ਸਾਡਾ ਵੀ ਨਾਂ ਆ ਜਿਆ ਕਰੇਗਾ। ਤੇ ਇਸ ਕਰਕੇ ਸੰਗਤੇ ਜਿੰਨੇ ਬੈਠੇ ਜੇ ਆਖੋ ਸਤਿਨਾਮ। ਇਹ ਗੁਰੂ ਅਰਜਨ ਸਾਹਿਬ ਜੀ ਨੇ ਇੱਥੇ ਆਉਣਾ ਸੀ, ਇਹ ਅਸਥਾਨ ਬਣਨਾ ਸੀ, ਔਰ ਇਸ ਵੇਲੇ ਆਪਾਂ ਨੂੰ ਗੁਰੂ ਦੀ ਗੋਦੀ ਮਿਲਣੀ ਸੀ। ਪਰਸੋਂ ਇੱਕ ਵੀਰ ਕਨੇਡਾ ਤੋਂ ਆਇਆ ਤੇ ਕਹਿੰਦਾ ਬਾਬਾ ਜੀ ਇੱਕ ਗੱਲ ਪੁੱਛਣੀ ਆ ਇੱਥੇ ਬੈਠੇ। ਮੈਂ ਕਿਹਾ ਪੁੱਛੋ। ਕਹਿੰਦੇ ਵੀ ਉੱਥੇ ਵੀ ਗੁਰੂ ਘਰ ਹੈਗੇ ਆ, ਇੱਥੇ ਵੀ। ਮੈਂ ਕਿਹਾ ਜੀ। ਕਹਿੰਦੇ ਪਰ ਇੱਕ ਕਹਿੰਦੇ ਹੈਰਾਨੀ ਜੀ ਆ ਗਿਆਨੀ ਜੀ, ਵੀ ਜਦੋਂ ਇੱਥੇ ਗੁਰੂ ਘਰ ਆਉਂਦੇ ਆ ਤੇ ਇੱਥੇ ਕੁਛ ਮਹਿਸੂਸ ਹੁੰਦਾ, ਉੱਥੇ ਜਾਂਦੇ ਆ ਪਰ ਉੱਥੇ ਕੁਝ ਮਹਿਸੂਸ ਨਹੀਂ ਹੁੰਦਾ। ਇਹ ਕਿਉਂ? ਉਹਦਾ ਕਾਰਨ ਇਹ ਹੈ ਕਿਉਂਕਿ ਇੱਥੇ ਸਤਿਗੁਰੂ ਸੀਨਾ ਬਸੀਨਾ ਆਪਣੇ ਚਰਨ ਪਾਏ ਹੈ। ਹਾਜ਼ਰ ਹਜ਼ੂਰ ਹੈ ਕਿ ਯਾਹਰ ਇਸ ਧਰਤੀ ਤੇ ਸਤਿਗੁਰੂ ਨੇ ਆਪ ਆ ਕੇ ਇਸ ਸਰੀਰ ਦੇ ਵਿੱਚ ਤੇ ਨਾਮ ਜਪਿਆ। ਇੱਥੇ ਮਹਾਰਾਜ ਖੜੋਤੇ ਹੋਣਗੇ, ਉੱਚੀ ਉੱਚੀ ਨਾਮ ਜਪਾਉਂਦੇ ਹੋਣਗੇ, ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਇਸ ਕਰਕੇ ਮੈਂ ਕਿਹਾ ਭਾਈ ਸਾਹਿਬ ਗੁਰਬਾਣੀ ਕਹਿੰਦੀ ਸਾ ਧਰਤੀ ਪਈ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਜਿੱਥੇ ਬਾਬਾ ਪੈਰ ਧਰੇ। ਮੈਂ ਕਿਹਾ ਇੱਥੇ ਪੈਰ ਪਏ ਆ ਮੇਰੇ ਨਾਨਕ ਤੋਂ ਲੈ ਕੇ 8 ਪਾਤਸ਼ਾਹੀਆਂ ਦੇ ਚਰਨ ਪਏ ਆ। ਕਹਿੰਦੇ ਮੈਂ ਮਹਿਸੂਸ ਕੀਤਾ ਵੀ ਇੱਥੇ ਵੱਖਰੀ ਜੀ ਚੀਜ਼ ਮਿਲ ਰਹੀ, ਕੋਈ ਸੁੱਖ ਜਿਹਾ ਮਿਲ ਰਿਹਾ, ਸਕੂਨ ਮਿਲ ਰਿਹਾ ਹੈ। ਤੋ ਇਸ ਕਰਕੇ ਕੋਈ ਸ਼ੱਕ ਨਹੀਂ ਜੀ, ਜਿੱਥੇ ਬਾਬਾ ਪੈਰ ਧਰੇ ਪੂਜਾ, ਉਹ ਧਰਤੀ ਨੂੰ ਭਾਗ ਲੱਗ ਜਾਂਦੇ ਹਨ। ਦੋਹਰਾ ਸ੍ਰੀ ਬਾਬਾ ਸੰਧੂ ਭਨਕ ਸ੍ਰੀ ਅੰਗਦ ਸੁਤਰਾਸ। ਕਹਿੰਦੇ ਬਾਬਾ ਬਾਲਾ ਜੀ ਸੰਧੂ ਸਨ, ਇਹਨਾਂ ਦੀ ਗੋਦ ਜੋ ਕਵੀ ਜੀ ਨੇ ਲਿਖੀ ਹੈ, ਤੇ ਇਹ ਕਥਾ ਸੁਣਾ ਰਹੇ ਹਨ। ਤੇ ਗੁਰੂ ਅੰਗਦ ਸਾਹਿਬ ਜੀ ਹੁੰਗਾਰਾ ਭਰਦੇ ਆਖੋ ਸਨ। ਮੈਂ ਕਹਿੰਦਾ ਸੀ ਇੰਨੇ ਲਾਇਕ ਨਹੀਂ ਸੀ ਮਹਾਰਾਜ ਜਿੱਡੀ ਤੂੰ ਸੇਵਾ ਦਿੱਤੀ, ਕਿ ਹੁਣ ਦਾਸ ਸੁਣਾ ਰਿਹਾ ਤੇ ਸੰਗਤ ਹੁੰਗਾਰਾ ਭਰਦੀ ਹੈ ਨਾ। ਇੱਦਾਂ ਭਾਈ ਬਾਲਾ ਖਡੂਰ ਸਾਹਿਬ ਕਥਾ ਸੁਣਾ ਰਿਹਾ। ਕੱਲ੍ਹ ਨੂੰ ਸੁਣਾਵਾਂਗੇ ਸਾਰਾ ਜੀਵਨ ਗੁਰੂ ਅੰਗਦ ਸਾਹਿਬ ਜੀ ਦਾ, ਕਿਉਂਕਿ ਕੱਲ੍ਹ ਨੂੰ ਪ੍ਰਕਾਸ਼ ਹੈ। ਆਪਾਂ ਫਿਰ ਅੱਜ ਭੋਗ ਪਾਏ ਵੀ ਥੋੜ੍ਹਾ ਜਿਹਾ ਸੈਟਲ ਮੱਸਿਆ ਦੇ ਨਾਲ ਮਿਲਾ ਕੇ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਗੁਰੂ ਅੰਗਦ ਸਾਹਿਬ ਜੀ ਭਾਈ ਬਾਲੇ ਨੂੰ ਕਹਿੰਦੇ ਸੁਣਾ, ਤੇ ਉਹ ਹੁੰਗਾਰਾ ਭਰਦੇ ਆ। ਕਿੰਨਾ ਸਤਿਕਾਰ ਹੈ ਇਸ ਕਥਾ ਦਾ। ਗੁਰੂ ਮਹਾਰਾਜ ਸਾਹਿਬ ਕਹਿੰਦੇ ਅੱਗੇ ਕੀ ਹੋਇਆ? ਭਾਈ ਬਾਲਾ ਹੋਰ ਸੁਣਾਉਂਦਾ। ਮਹਾਰਾਜ ਕਹਿੰਦੇ ਅੱਗੇ ਕੀ ਹੋਇਆ? ਇਹ ਸਾਡੇ ਬਜ਼ੁਰਗ ਜਿਹੜੇ ਸਾਡੀਆਂ ਦਾਦੀਆਂ ਦਾਦੇ, ਉਹਨਾਂ ਨੇ ਘਰ 'ਚ ਗਹਿਣਾ ਰੱਖਿਆ ਸੀ। ਉਹਨਾਂ ਕਹਿਣਾ ਪੁੱਤ ਜਨਮ ਸਾਖੀ ਸੁਣਾਓ, ਪੁੱਤ ਆਹ ਸੁਣਾਓ। ਆਹ ਮੋਬਾਇਲ 'ਤੇ ਹੁਣ ਲੈ ਕੇ ਬਹਿ ਗਿਆ ਸਤਿਨਾਮ। ਇਹਦਾ ਸੁੱਖ ਵੀ ਬੜਾ ਤੇ ਦੁੱਖ ਵੀ ਬੜਾ। ਤੋ ਇਸ ਕਰਕੇ ਸੁੱਖ ਘੱਟ ਹੈ ਤੇ ਬਰਬਾਦੀ ਜ਼ਿਆਦੀ ਹੈ। ਹੁਣ ਸਾਰੇ ਰਿਸ਼ਤੇ ਨਾਤੇ ਇਹਦੇ 'ਚ ਹੀ ਵੜ ਗਏ ਜੇ ਆਖੋ ਵਾਹਿਗੁਰੂ। ਕਈ ਵਾਰੀ ਸੰਗਤ ਹੱਸਦੀ ਵੀ ਅੱਗੇ ਲੋਕਾਂ ਜਾਣਾ ਕਹਿਣਾ ਬਰਫੀ ਲਈਏ, ਕੇਲੇ ਲਈਏ, ਸੇਬ ਲਈਏ, ਕੀ ਲਈਏ ਰਿਸ਼ਤੇਦਾਰਾਂ ਲਈ।
ਹੁਣ ਪਹਿਲਾਂ ਹੀ ਕਹਿਣਗੇ ਚਾਰਜ ਜੇਬ 'ਚ ਝੋਲੇ 'ਚ ਪਾਓ ਤੇ ਅਗਲੇ ਦੇ ਘਰ ਜਾ ਕੇ ਕੋਈ ਸਤਿ ਸ੍ਰੀ ਅਕਾਲ ਕੁਝ ਨਹੀਂ ਕਹਿਣਗੇ, ਤੁਹਾਡਾ ਸੁੱਚ ਕਿੱਥੇ ਆ, ਮੈਂ ਚਾਰਜ ਲਾਉਣਾ ਵਾ। ਤਾਂ ਇਸ ਕਰਕੇ ਰਿਸ਼ਤਿਆਂ ਨੂੰ ਮੋਬਾਇਲ ਖਾ ਗਿਆ। ਬੜੀਆਂ ਵੱਡੀਆਂ ਸਕਰੀਨਾਂ, ਟੈਲੀਵਿਜ਼ਨ, LCDਆਂ, ਕਿੰਨਾ ਪ੍ਰਬੰਧ ਸੀ, ਸਾਰੇ ਉੱਦਾਂ ਹੀ ਬੰਦ ਪਏ। ਹੁਣ ਇਹੋ ਹੀ ਸਾਰਾ ਕੁਝ ਹੋ ਗਿਆ। ਆਖੋ ਵਾਹਿਗੁਰੂ। ਤਾਂ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਦੀ ਕਥਾ ਸੁਣਦੇ ਹੈ। ਇਹ ਭਾਈ ਬਾਲਾ ਜੀ ਸੁਣਾ ਰਹੇ ਹਨ। ਅਗੈ ਅਮੀ ਪਟੰਤਰੰ ਔਰ ਸੁਨੋ ਇਤਿਹਾਸ। ਜਦੋਂ ਇਹ ਬਚਨ ਸੁਣੇ ਨਾ, ਗੁਰੂ ਅੰਗਦ ਸਾਹਿਬ ਜੀ ਨੇ ਵਿਰਾਗ 'ਚ ਚਲੇ ਗਏ। ਵੀ ਜਦੋਂ ਭਾਈ ਜੈ ਰਾਮ ਜੀ ਨੇ ਕਿਹਾ, ਬਾਬਾ ਨਾਨਕ ਤੂੰ ਵੀ, ਬੇਬੇ ਨਾਨਕੀ ਤੂੰ ਵੀ, ਹੋਏ ਥੋੜੇ ਜਿਹੇ ਅਸੀਂ ਵੀ ਧੰਨ ਹੋ ਗਏ, ਤੁਹਾਡੇ ਨਾਲ ਰਿਸ਼ਤਾ ਜੁੜ ਗਿਆ। ਗੁਰੂ ਅਰਜਨ ਸਾਹਿਬ ਤੁਸੀਂ, ਤੁਹਾਡੀ ਸੰਗਤ, ਥੋੜੇ ਜਿਹੇ ਅਸੀਂ ਵੀ ਧੰਨ ਹੈ, ਕਿਉਂਕਿ ਸਾਨੂੰ ਸੰਗਤ ਨੇ ਪਿਆਰ ਦਿੱਤਾ ਹੈ, ਸੰਗਤ ਨੇ ਨਿਵਾਜਣਾ ਕੀਤਾ। ਗੁਰੂ ਅੰਗਦ ਸਾਹਿਬ ਕਹਿੰਦੇ, ਭਾਈ ਬਾਲਾ ਬੜਾ ਆਨੰਦ ਆ ਰਿਹਾ, ਹੋਰ ਸੁਣਾਓ ਕਥਾ, ਅੱਗੇ ਕੀ ਹੋਇਆ। ਵਡਿਲ ਬਾਰ ਬਾਰ ਕੈ ਬਹੁਰ ਸੰਗ ਨਾਨਕ ਲੀਏ। ਔਰ ਇਸ ਤਰ੍ਹਾਂ ਕਰਕੇ ਕਹਿੰਦੇ ਹਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਭਾਈਆ ਜੈ ਰਾਮ ਜੀ ਨੂੰ ਬਾਰ-ਬਾਰ ਇੱਥੇ ਲਿਖਿਆ, ਬਾਰ-ਬਾਰ ਕੈ ਬਹੁਰ ਸੰਗ। ਮਹਾਰਾਜ ਸਾਹਿਬ ਜੀ ਨੇ ਆਪਣੇ ਗਲੇ ਨਾਲ ਲਾ ਲਿਆ ਹੈ। ਕਹਿੰਦੇ ਨਹੀਂ ਭਾਈ, ਤੁਸੀਂ ਤੇ ਪਹਿਲਾਂ ਹੀ ਧੰਨ ਸੀ, ਤੁਸੀਂ ਸਭ ਤੋਂ ਮਗਰੋਂ ਨਹੀਂ ਧੰਨ। ਵੇਖੋ ਗੁਰੂ ਨਾਨਕ ਸਾਹਿਬ ਨੂੰ ਜਿਹੜਾ ਇੱਕ ਕਦਮ ਮੇਰਾ ਪਾਠ ਕਰਦਿਆਂ ਮਸਾਂ ਸੰਭਲਿਆ ਮੈਂ, ਤੇ 5 ਪਾਸਪੋਰਟ ਕੱਢ ਕੇ ਤੇ ਇੱਥੇ ਰੱਖ ਕੇ ਅੱਗੇ, ਤੇ ਉਹ ਇੱਥੇ ਅੰਦਰ ਹੈ ਨਹੀਂ, ਕੋਈ ਲੱਭਣ ਵੀ ਅਰਦਾਸ ਕਿਤੋਂ ਕਰਾਉਣੀ ਹੈ। ਮੈਂ ਕਿਹਾ ਬਹਿ ਜਾਓ, ਪਰ ਉਹਨਾਂ ਨੇ 5-7 ਮਿੰਟ ਵੀ ਜੇਰਾ ਨਹੀਂ ਬੈਠੇ, ਨਹੀਂ ਪਾਠ ਦੇ ਵਿੱਚ। ਜੇ ਪਾਠ ਕਰਦਾ ਸੀ ਮੈਂ ਕਿਹਾ ਵੀ ਬਹਿ ਜਾਓ, ਉਹ ਖੀਰੀ ਵਿਚਾਰੇ 2 ਇੱਥੇ ਖੜੋ ਗਏ, 2 ਉੱਧਰ, ਇੱਕ ਬਰੇ ਉਹ ਕੈਮਨ 'ਚ ਕਹਿੰਦੇ ਬਾਬਾ ਜੀ ਆ ਜਾਓ, ਤੇ ਆ ਕੇ ਅਰਦਾਸ ਕਰਾਈ ਤੇ ਚਲੇ ਗਏ। ਤੇ ਮੇਰੇ ਅੰਦਰ ਵੈਸੇ ਹੀ ਵੀ ਐਡਾ ਵੱਡਾ ਕੰਮ ਹੈ, ਤੇ ਮਹਾਰਾਜ ਸਾਹਿਬ ਕਹਿੰਦੇ ਹੋਣਗੇ ਵੀ ਇਹ ਤੇ ਬੜੇ ਕਾਲੇ ਲੱਗਦੇ ਆ। ਤੇ ਹੁਣ ਪੜ੍ਹੋ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ, ਸੇਵਾ ਥੋੜ੍ਹੀ ਮੰਗਲ ਬਹੁਤ। ਸਾਡੇ ਕੋਲ ਸੇਵਾ ਨਹੀਂ ਹੈਗੀ, ਨਾ ਸਿਮਰ ਨਹੀਂ ਹੈਗਾ। ਜਦੋਂ ਹੁਣ ਪੈਸੇ ਨਾ ਹੋਣਗੇ ਤੇ ਸੌਦਾ ਲਿਖਾਈ ਜਾਓ। ਜਦੋਂ ਉਹਨਾਂ ਸਾਰਾ ਸੌਦਾ ਲਿਖ ਲਿਆ, ਕੱਢਤਾ, ਬੋਰੇ 'ਚ ਪਾਤਾ, ਤੇ ਫਿਰ ਕੀ ਕਹਿਣਗੇ, ਕੈਸ਼। ਤੇ ਆਪਾਂ ਕਹਾਂਗੇ ਜੀ ਪੈਸੇ ਤੇ ਭੁੱਲ ਗਏ, ਉਹਨਾਂ ਕਹਿੰਦੇ ਚੱਲ ਦੁਕਾਨ 'ਚੋਂ ਬਾਹਰ। ਕਈ ਵਾਰੀ ਗਰੀਬੀ ਇੱਦਾਂ ਦੀ ਹੈ, ਪੈਕ ਕੀਤਾ ਸੌਦਾ ਵੀ ਅਗਰੇ ਦਿਖਾ ਲੈਂਦੇ ਹੈ। ਦੇਣੇ ਵਾਲੇ ਕਿਸੀ ਕੋ ਗਰੀਬੀ ਮਤ ਦੇਣਾ, ਦੇਣਾ ਗਰੀਬੀ ਮਗਰ ਬਦ ਨਸੀਬੀ। ਉਹ ਗਰੀਬੀ ਤੇ ਹੱਥਾਂ ਦੀ ਮਹਿਲ ਹੈ। ਇਹਦਾ ਕੀ ਹੈ, ਅੱਜ ਮਾੜੇ ਦਿਨ ਹੈ, ਕੱਲ ਨੂੰ ਕੀਮਤਾਂ ਮਾਰੇ ਨੇ, ਪਰ ਬਦ ਨਸੀਬ ਹੋ ਜੇ ਜਿਹਦੇ ਗੁਰਦੇ ਖਤਮ ਹੋ ਗਏ, ਜਿਹਨੂੰ ਪੈਰਾਲਾਈਜ਼ ਦਾ ਅਟੈਕ ਹੋ ਗਿਆ, ਜਿਹਨੂੰ ਬ੍ਰੇਨ ਦਾ ਅਟੈਕ ਹੋ ਗਿਆ, ਜਿਹਦੀਆਂ ਲੱਤਾਂ ਖੜੋ ਗਈਆਂ, ਬਦਕਿਸਮਤ ਉਹ ਤਾਂ ਏ ਕਿਉਂਕਿ ਉਹ ਗੁਰੂ ਨਾਨਕ ਦੀ ਖੁਸ਼ੀ ਨਹੀਂ ਲੈ ਸਕਦਾ। ਗਰੀਬੀ ਤੰਦਰੁਸਤੀ ਮੰਗਿਆ ਕਰੋ, ਇਹ ਤੇ 2 ਸਾਲਾਂ 'ਚ ਨਿਕਲ ਜਾਂਦੀ। ਆ ਤੁਹਾਡਾ ਬੱਚਾ ਬਾਹਰ ਚੱਲ ਜੇ ਨਾ, ਉਹਨੇ 1 ਸਾਲ 'ਚ ਕਰਜ਼ਾ ਲਾ ਦੇਣਾ, ਦੂਜੇ ਸਾਲ 'ਚ ਧੰਨ ਕਰਾ ਦੇਣਾ। ਕੋਈ ਵੱਡੀ ਗੱਲ ਨਹੀਂ, ਗਰੀਬੀ ਐਵੇਂ ਖੇਡ ਲੋਕਾਂ ਰੌਲਾ ਪਾਇਆ। ਮੈਂ ਦੇਖਿਆ ਆਪਣੀ ਜ਼ਿੰਦਗੀ 'ਚ, ਕੋਈ ਬਹੁਤ ਹੀ ਵੱਡਾ ਇਸ਼ੂ ਨਹੀਂ। ਅਸੀਂ ਗਰੀਬ ਹਾਂ, ਛੋਟੇ ਹਾਂ, ਉਹ ਚਾਹਵੇ ਤਾਂ ਮਿੰਟ ਲਾਉਂਦਾ, ਮਿੰਟ, ਕੋਈ ਚੱਕਰ ਨਹੀਂ। ਇਹ ਵਾਕਿਆ ਸਕੀਆਂ ਭੈਣਾਂ ਏ, ਪਰ ਬਦਨਸੀਬ ਇਹ ਮੰਗਿਆ ਕਰੋ ਕਿ ਸਤਿਗੁਰੂ ਕਿਤੇ ਰੋਗ ਨਾ ਲਾ ਦੇ। ਰੋਗ ਬੁਰੀ ਚੀਜ਼ ਜੇ, ਤੰਦਰੁਸਤੀ ਅਤੇ ਬਾਦਸ਼ਾਹੀ। ਜਿਸ ਬੰਦੇ ਨੂੰ ਖਾਧੀ ਹੋਈ ਰੋਟੀ ਤੇ ਪੀਤਾ ਹੋਇਆ ਪਾਣੀ ਪਚਦਾ ਨਾ, ਉਹ ਦੁਨੀਆ ਦਾ ਬਿਤਾਜ ਬਾਦਸ਼ਾਹ ਹੈ। ਤੇ ਜਿਹਦੇ ਕੋਲ ਅੰਦਰ ਰੋਗ ਹੈ, ਉਹਨੂੰ ਭਾਵੇਂ ਸੋਨੇ ਦੇ ਤਵੇ ਤੇ ਰੋਟੀ ਲਾ ਦਿਓ, ਉਹਨੂੰ ਭਾਵੇਂ ਭਸਮਾਂ ਦਾ ਪਾਣੀ ਪਿਆ ਦਿਓ, ਉਹਨੂੰ ਨਹੀਂ ਪਚਣਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਭਾਈਆ ਜੈ ਰਾਮ ਜੀ ਨੂੰ ਜਦੋਂ ਏਦਾਂ ਬਚਨ ਕੀਤੇ, ਅੱਖਾਂ 'ਚ ਜਾਲ ਆਇਆ, ਤੇ ਗੁਰੂ ਸਾਹਿਬ ਜੀ ਨੇ ਪਿਆਰ ਦੇ ਨਾਲ ਆਪਣੇ ਗਲੂਏ ਮੁਬਾਰਕ ਦੇ ਨਾਲ ਲਾਉਣਾ ਕੀਤਾ। ਔਰ ਕਹਿੰਦੇ ਹਨ ਕਿ ਬੜੇ ਖੁਸ਼ ਹੋਏ। ਖੁਸ਼ ਹੋਣਾ ਕਿਉਂ ਨਹੀਂ ਹੈ, ਕਿਉਂਕਿ ਜਦੋਂ ਰੱਬ ਹੀ ਆਪਣੀ ਛਾਤੀ ਨਾਲ ਲਾ ਲੇ ਤੇ ਮਗਰ ਕੀ ਰਹਿ ਗਿਆ।
ਮਗਰ ਕੀ ਰਹਿ ਗਿਆ ਉਹ ਆਪਾਂ ਵੀ ਬੇਨਤੀ ਕਰੀਏ, ਆਪਾਂ ਨੂੰ ਕਿਤੇ ਲਾ ਲੈਣਾ। ਮੋਹਿ ਕਬ ਗਲ ਲਾਵੇਂਗੇ, 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 ਮੋਹਿ ਕਬ ਗਲ ਲਾਵੇਂਗੇ। ਸੁਣਨਾ ਪਿਆਰੇ ਇੱਕ ਬੇਨਤੀ ਮੇਰੀ, 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 ਇੱਕ ਬੇਨਤੀ ਮੇਰੀ, ਇੱਕ ਬੇਨਤੀ ਮੇਰੀ, ਇੱਕ ਬੇਨਤੀ ਮੇਰੀ, ਇੱਕ ਬੇਨਤੀ ਮੇਰੀ। ਕਰੀ ਜਾਇਆ ਕਰੋ, ਇੰਨਾ ਸਕੂਨ ਮਿਲਦਾ ਨਾ, ਇਹ ਕਿਤੇ ਨਹੀਂ ਮਿਲਦਾ। ਜਿਵੇਂ ਜਿਵੇਂ ਅਮੀਰ ਹੋਈ ਜਾਵਾਂਗੇ ਉਨਾ ਹੀ ਰੋਵਾਂਗੇ, ਜਿਵੇਂ ਜਿਵੇਂ ਵਧੀਆ ਮਹਿੰਗੇ ਕੱਪੜੇ ਮਹਿੰਗੀ ਗੱਡੀ ਉਨਾ ਹੀ ਦੁਖੀ ਹੋ ਜਾਣਾ ਅੰਦਰੋਂ। ਮੈਨੂੰ ਯਾਦ ਆਈ ਕਿਸੇ ਮਹਾਂਪੁਰਖ ਦੇ ਵਚਨ, ਕਹਿੰਦੇ ਕਲਕੱਤੇ ਦਾ ਕੋਈ ਕਰੋੜਾਂਪਤੀ ਵਪਾਰੀ ਹਰਿਮੰਦਰ ਸਾਹਿਬ ਆਇਆ, ਤੇ ਹਰਿਮੰਦਰ ਸਾਹਿਬ ਆਇਆ ਤੇ ਕੀ ਵੇਖਿਆ, ਭੀੜ ਬਹੁਤ ਜ਼ਿਆਦੀ ਆ ਉਹ ਪੁਲ ਦੇ ਉੱਤੇ, ਤੇ ਉਹਨੇ ਇੱਧਰ ਉੱਧਰ ਵੇਖਿਆ ਭਾਵਨਾ ਦੇ ਨਾਲ। ਕਿਸੇ ਨੇ ਆਖਿਆ ਵੀ ਭਾਈ ਸਾਹਿਬ ਕਾਹਲੀ ਹੈ, ਕਹਿੰਦੇ ਜੀ ਮੇਰੀ ਫਲਾਈਟ ਦਾ ਟਾਈਮ ਹੈ ਤੇ ਮੈਂ ਮੱਥਾ ਵੀ ਟੇਕਣਾ ਏ। ਇੱਕ ਕਹਿੰਦਾ ਜੀ ਸਿਫਾਰਿਸ਼ ਪਾ ਲਓ ਕੋਈ, ਇਹ ਗਲਤੀ ਨਾ ਕਰਿਓ ਕਦੇ ਹਰਿਮੰਦਰ ਸਾਹਿਬ ਜਾ ਕੇ, ਮੇਰੇ ਤੋਂ ਵੀ ਹੋਈਆਂ ਇੱਕ ਦੋ ਵਾਰ, ਮਿਲਣਾ ਗੁਰੂ ਰਾਮਦਾਸ ਨੂੰ ਤੇ ਸਿਫਾਰਿਸ਼ ਬੰਦੇ ਦੀ। ਕਹਿੰਦਾ ਜੀ ਇੱਧਰ ਦੀ ਨਿਗਾਹ ਦਿੰਦੇ, ਸਿਫਾਰਿਸ਼ ਪਾ ਦਿਓ। ਕਹਿੰਦੇ ਮਨ ਚ ਆਇਆ, ਕਹਿੰਦੇ ਜੇ ਇਹਦੇ ਘਰ ਆ ਕੇ ਇਹਦੇ ਤੋਂ ਤੇ ਉੱਤੇ ਹੈ ਹੀ ਕੋਈ ਨਹੀਂ, ਇਹਦੇ ਅੱਗੇ ਸਿਫਾਰਿਸ਼ ਕਿਹਦੀ ਚੱਲਣੀ ਵੀ, ਇਹ ਤਾਂ ਸਾਰਿਆਂ ਦਾ ਮਾਲਕ ਹੈ ਨਾ, ਸਭ ਤੋਂ ਵੱਡਾ ਮਹਾਰਾਜ। ਉਹ ਕਹਿਣ ਲੱਗੇ ਮੇਰੇ ਮਨ ਚ ਆਇਆ ਵੀ ਚੱਲ ਗੁਰੂ ਸਾਹਿਬ ਤੇ ਹਾਜ਼ਰ ਹੈ, ਖੱਬੇ ਪਾਸੇ ਡਿਓੜੀ ਦੇ ਜਿੱਥੋਂ ਪਰਿਕਰਮਾ ਸ਼ੁਰੂ ਹੁੰਦੀ ਹੈ, ਸੰਗਤ ਐਂਟਰੀ ਕਰਦੀ ਪੁਲ ਦੇ ਉੱਤੇ, ਉਹ ਉੱਥੇ ਬੈਠ ਗਿਆ। ਬੜਾ ਪਿਆਰ ਵਾਲਾ ਬਚਨ ਸੁਣ ਕੇ ਇੱਧਰ ਆ ਜਾਣਾ, ਧਿਆਨ ਦਿਆ ਕਰੋ। ਉਹਨੇ ਨੇਤਰ ਬੰਦ ਕੀਤੇ, ਉੱਥੇ ਬੈਠ ਗਿਆ। ਕਹਿੰਦੇ ਇੱਥੋਂ ਹਾਜ਼ਰੀ ਲਵਾਉਣੇ, ਜੇ ਗੁਰੂ ਰਾਮਦਾਸ ਚਾਹੁਣ ਤੇ ਇੱਥੇ ਵੀ ਹਾਜ਼ਰੀ ਲੱਗ ਹੀ ਜਾਊ। ਹੁਣ ਯਾਦ ਰੱਖੋ, ਉਹਦੇ ਅੰਦਰ ਦੀ ਨਿਮਰਤਾ ਨਾਲ ਉਹਨੂੰ ਗੁਰੂ ਰਾਮਦਾਸ ਮਿਲਨੇ ਹੈ। ਤੁਹਾਡੇ ਨਾਲ ਵੀ ਕਿਤੇ ਏਦਾਂ ਹੋ ਸਕਦਾ, ਚੇਤਾ ਨਾ ਭੁਲਾ ਲਿਓ। ਕਹਿੰਦੇ 2 ਮਿੰਟ ਉਹਨੇ ਨੇਤਰ ਬੰਦ ਕੀਤੇ, ਸਕੂਨ ਆਇਆ। ਜਦੋਂ ਥੋੜਾ ਸਮਾਂ ਬੰਦ ਕਰਕੇ ਨੇਤਰ ਖੋਲੇ ਤੇ ਸਿੱਧੀ ਨਿਗਾਹ ਪਈ ਸਾਹਮਣੇ, ਸਾਹਮਣੇ ਇੱਕ ਚਿੱਟਾ ਦਾੜਾ ਫਕੀਰ ਆਤਮਾ ਬੈਠੀ, ਚਿਹਰਾ ਉਹਦਾ ਜਗੇ, ਕਿਉਂਕਿ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ। ਜਿਨ੍ਹਾਂ ਦੇ ਅੰਦਰ ਪਾਠ ਸਿਮਰਨ ਬੰਦਗੀ, ਉਹਨਾਂ ਦੇ ਚਿਹਰੇ ਜੀ ਕਰਦਾ ਵੇਖੀ। ਜਿਹੜੇ ਕਰੋੜਾਂਪਤੀ ਬੰਦੇ, ਉਹਨਾਂ ਦੇ ਚਿਹਰੇ ਮੱਚੇ ਪਏ। ਉਹਨਾਂ ਲੋਕਾਂ ਦੇ ਕੋਲ 5 ਮਿੰਟ ਬਹਿ ਜਾਓ, ਤੁਹਾਡਾ ਵੀ ਖੇਡ ਖਤਮ। ਅੰਦਰ ਕਲਪਨਾ ਸ਼ੁਰੂ ਹੋ ਜਾਂਦੀ ਹੈ, ਇੰਨੀ ਤੇਜ਼ ਵਾਈਬ੍ਰੇਸ਼ਨ ਹੈ ਉਹਨਾਂ ਲੋਕਾਂ ਦੀ। ਤਾਈਓ ਬਾਬੇ ਕਬੀਰ ਨੇ ਕਿਹਾ ਸਾਕਤ ਸੰਗ ਨਾ ਭੱਜ ਜਾ। ਕਹਿੰਦਾ ਵੇਖ ਕੇ ਹੁਣ ਆਪਾਂ ਉਹਨਾਂ ਨੂੰ ਜੱਫੀਆਂ ਪਾਪਾ ਮਿਲਦੇ ਤੇ ਬਚਾਂਗੇ ਕਿੱਦਾਂ।
ਖਾਸ ਕਰਕੇ ਕੋਈ ਲੋਹੀਆਂ ਤੋਂ ਆਇਆ ਹੋਵੇ ਤਾਰਪੁਰੋਂ ਕਿਤਿਓਂ, ਤੇ ਉਹ ਵੱਖਰੀ ਗੱਲ। ਜਿਹੜਾ ਅਮਰੀਕਾ ਕੈਨੇਡਾ ਵਾਲਾ ਉਹਨੂੰ ਤੇ ਐਂ ਚਿੰਬੜਦੇ ਭਾਵੇਂ ਕਰੋਨਾ ਵੀ ਹੋਇਆ ਹੋਵੇ, ਬੜਾ ਮਿਲਦੇ ਗਾਂਹ ਹੋ ਕੇ ਹੈ। ਉਹਨੂੰ ਥੋੜਾ ਮਿਲਦੇ ਆ, ਇਹਨੂੰ ਮਿਲਦੇ ਆ। ਆ ਜਿਹੜੀ ਜੇਬ ਆ, ਕੌਣ ਵੱਡਾ? ਗੁਰੂ ਗ੍ਰੰਥ ਸਾਹਿਬ ਕਹਿੰਦੇ ਕੋਈ ਨਹੀਂ ਇੱਥੇ ਇੱਕੋ ਜਿਹੇ ਸਾਰੇ, ਵੇਖੋ ਨੱਕ ਮੂੰਹ, ਤੇ ਫਿਰ ਵੱਡਾ ਕੌਣ? ਜਿਹਦੀ ਜੇਬ ਭਾਰੀ। ਇੱਥੇ ਉਹ ਹੀ ਕਾਲਾ ਪੀਲਾ ਜਿਹਾ ਹੁੰਦਾ ਸੀ, ਕਿਤੇ ਨੱਕ ਵਗਦਾ ਹੁੰਦਾ ਸੀ, ਉਹਨੂੰ ਕੋਈ ਪੁੱਛਦਾ ਨਹੀਂ। ਉਹ 10 ਸਾਲ ਲਾ ਕੇ ਆ, ਸਾਰੇ ਜਣੇ ਕਿੰਨੇ ਕੁ ਫੋਟੋ ਹੀ ਖਿਚਾ ਲਾ। ਤੇ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਕੌਣ ਵੱਡਾ? ਕਹਿੰਦੇ ਪੈਸੇ 4 ਆਏ ਤੇ ਬੰਦੇ ਦਾ ਨਾਂ ਬਣਦਾ। ਲੋਕੀ ਕਹਿੰਦੇ ਆ ਜਾਓ ਵਾਹਿਗੁਰੂ, ਤੇ ਮਾੜੇ ਹੋਈਏ ਤੇ ਸੱਦਾ ਦਿਓ ਤਾਂ ਵੀ ਨਹੀਂ ਆਉਂਦਾ ਕੋਈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਮਹਾਰਾਜ ਕਹਿੰਦੇ ਨਹੀਂ, ਇਹ ਇੱਥੇ ਹੀ ਵੱਡੇ ਆ, ਇਹਨਾਂ ਨੂੰ ਮੁੜ ਕੇ ਨਹੀਂ ਕਿਸੇ ਪੁੱਛਣਾ। ਮਹਾਰਾਜ ਕਹਿੰਦੇ 100 ਵੱਡਾ ਲਿਵ ਲੱਗੀ ਜੇ ਕਿਤੇ ਨਾ? ਮੇਰੀ ਤੇ ਨਹੀਂ ਲੱਗੀ। ਮੈਂ ਤਾਂ ਰਹਿ ਰਾਸ ਵੀ ਪੜ੍ਹਦਾ, ਭੱਜਿਆ ਹੀ ਫਿਰਦਾ ਰਹਿਣਾ, ਜਪਜੀ ਸਾਹਿਬ ਵੀ ਪੜ੍ਹਦੇ, ਕਿਤੇ ਤੁਰੇ ਫਿਰਦੇ। ਲਿਵ ਲੱਗਣ ਦਾ ਮਤਲਬ ਹੈ ਵੀ ਚੇਤਾ ਭੁੱਲ ਜੇ ਵੀ ਸਰੀਰ ਕਿੱਥੇ ਆ। ਆਪਣੀ ਲਿਵ ਲੂਵ ਨਹੀਂ, ਆਪਾਂ ਤੇ ਚਲੋ ਮਹਾਰਾਜ ਟਾਈਮ ਪਾਸ ਕਰੀ ਜਾਂਦੇ ਹੈ। ਸਾਰੇ ਵੇਖੀਦਾ ਵੀ ਇਹ ਕਿਹੜੇ ਰੰਗ ਦਾ ਕੀ ਹਿਸਾਬ ਕਿਤਾਬ ਕਿੰਨੇ ਹੈ ਨਾ, ਏਦਾਂ ਹੀ ਵੇਖ ਵੂਖ ਕੇ ਮੁੜ ਜਾਂਦੇ ਆਪਾਂ। ਗੁਰ ਪ੍ਰਸਾਦੀ ਜਿਨ੍ਹਾਂ ਲਿਵ ਦਾ ਮਤਲਬ ਹੈ ਉਹਦੀ ਲਿਵ ਲੱਗੀ। ਚਿੱਟਾ ਦਾੜਾ ਅੰਦਰ ਆ ਜਾਂਦਾ ਮਾਣ। ਉਹਨੇ ਜਦੋਂ ਕੁੜਤਾ ਤੇ ਉਹਦਾ ਵੇਖਿਆ ਪਹਿਰਾਵਾ ਨਾ, ਤੇ ਏਦਾਂ ਉਹਨੂੰ ਐ ਹਲਾਰੇ ਆਉਂਦਾ। ਤੇ ਉਹ ਵਪਾਰੀ ਕਹਿੰਦਾ ਵੀ ਮੇਰੇ ਕੋਲ ਨਾ 20,000 ਰੁਪਈਆ ਪਿਆ ਦਸਵੰਧ ਦਾ, ਤੇ ਮੈਂ ਇਸ ਭਗਤ ਨੂੰ ਦੇ ਦੇਣਾ, ਤੇ ਇਹਨੂੰ ਮੈਂ ਦਾਨ ਕਰ ਦੇਣਾ। ਵੀ ਆਹ ਵੀ ਆਨੰਦ ਆ ਗਿਆ ਵੇਖ ਕੇ, ਵੀ ਇੰਨਾ ਸਕੂਨ। ਕਹਿੰਦੇ ਵੀ ਰਾਗੀ ਸਿੰਘ ਨੇ ਸ਼ਬਦ ਸ਼ੁਰੂ ਕੀਤਾ। ਜਦੋਂ ਸ਼ਬਦ ਪੂਰਾ ਸੰਪੂਰਨ ਹੋ ਗਿਆ ਤੇ ਉਹਦੇ ਇਰਾਦੇ 'ਚ ਵੀ ਅੱਖਾਂ ਖੋਲੇ, ਤੇ ਫਿਰ ਇਹਦੀ ਮੈਂ ਝੋਲੀ 'ਚ ਪਾਵਾਂ ਤੇ ਤੁਰਾਂ। ਕਈ ਵਾਰੀ ਬੈਠਿਆਂ ਖੇਡ। ਕਹਿੰਦੇ ਦੂਜਾ ਸ਼ਬਦ ਸ਼ੁਰੂ ਹੋ ਗਿਆ। 3 ਸ਼ਬਦ ਭਾਈ ਸਾਹਿਬ ਨੇ ਪੜ੍ਹਤੇ, ਤੇ ਉਹ ਜਿਹੜਾ ਸੀ ਨਾ ਉਹਦੇ ਵੱਲ ਵੇਖੇ ਵੀ ਅੱਖਾਂ ਖੋਲੇ, ਤੇ ਮੈਂ ਦਵਾਂ ਮੈਂ ਦਵਾਂ ਮੈਂ ਅੰਦਰ ਬੋਲਣ ਦੇ ਵੀ ਹਾਰ ਕੇ ਉਹਨੇ ਨਹੀਂ ਸੁਰਤ, ਉਹਨੇ ਏਦਾਂ ਹੀ ਬੈਠਾ ਰਿਹਾ। ਉਧਰੋਂ ਉਹਨੇ ਘੜੀ ਵੇਖੀ ਵੀ ਟਾਈਮ ਮੇਰਾ ਹੋ ਗਿਆ, ਵੀ ਨਾ ਤੇ ਛੇੜੇ, ਉੱਠ ਕੇ ਤੁਰ ਪਿਆ। ਜਦੋਂ 5 ਕਦਮ ਸਰੋਵਰ ਦੇ ਕੰਢੇ ਤੁਰਿਆ, ਤੇ ਉਸ ਭਿੱਜੇ ਹੋਏ ਨੇ ਪਿੱਛੋਂ ਆਵਾਜ਼ ਮਾਰੀ, ਕਹਿੰਦੇ ਠਹਿਰ ਓਏ ਮਾਇਆ ਦੇ ਮਾਲਕਾ। ਜਦੋਂ ਆਵਾਜ਼ ਕੰਨਾਂ 'ਚ ਪਈ, ਪਿੱਛੇ ਭੌਂ ਕੇ ਵੇਖਿਆ, ਤੇ ਉਹੀ ਬੰਦਾ ਜਿਹਦਾ ਦਾੜਾ ਝੋਲੀ 'ਚ ਪਵੇ, ਟਾਕੀਆਂ ਸੂਟ ਨੂੰ ਲੱਗੀਆਂ, ਪਜਾਮੇ ਤੇ ਦਾਲ ਡੁੱਲੀ ਹੈ। ਕਹਿਣ ਲੱਗਾ ਠਹਿਰ ਓਏ ਮਾਇਆ ਦੇ ਮਾਲਕਾ। ਹੱਥ ਜੋੜ ਕੇ ਕਹਿੰਦਾ ਇੰਨਾ ਚਿਰ ਲਾਤਾ, ਕਹਿੰਦਾ ਗੱਲ ਸੁਣ ਓਏ, ਅੱਜ ਕਹਿੰਦਾ 45 ਮਿੰਟ ਮੇਰੇ ਤੂੰ ਖਰਾਬ ਕੀਤੇ, ਨਾ ਮੈਨੂੰ ਹੀ ਰਸ ਲੈਣਤਾ ਤੇ ਨਾ ਆਪ ਹੀ ਲਿਆ। ਮਾਇਆ ਤੇ ਬਾਜ਼ਾਰਾਂ 'ਚ ਭਜਾਈ ਫਿਰਦਾ ਰਿਹਾ, ਤੇਰਾ ਭਲਾ ਹੋ ਜੇ। ਆਖੋ ਵਾਹਿਗੁਰੂ। ਜਦੋਂ ਆਹ ਬਚਨ ਸੁਣੇ, ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਵੀ ਇਹਨੂੰ ਕਿੱਦਾਂ ਪਤਾ ਲੱਗ ਗਿਆ? ਬੈਠੇ ਨੂੰ ਹੈਗੇ ਜੀ ਅੱਜ ਵੀ ਅੰਦਰ ਦੀ ਜਾਣਨ ਵਾਲੇ, ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ। ਕਹਿਣ ਲੱਗੇ ਜਦੋਂ ਉਹਨੇ ਕਿਹਾ, ਕਹਿੰਦੇ ਪੂਰੇ 45 ਮਿੰਟ ਤੂੰ ਅੱਜ ਮੈਨੂੰ ਗੁਰੂ ਰਾਮਦਾਸ ਦੀ ਗੋਦੀ ਤੋਂ ਤੋੜ ਛੱਡਿਆ। ਤੇਰੇ ਅੰਦਰ ਦਾ ਵਲਵਲਾ ਸੀ ਉਹ ਮੈਨੂੰ ਜੁੜਨ ਨਹੀਂ ਦਿੰਦਾ ਸੀ। ਤੂੰ ਮੈਨੂੰ ਮਾਇਆ ਪਾ ਰਿਹਾ ਸੀ ਝੋਲੀ 'ਚ, ਤੇ ਮੈਂ ਉਧਰ ਨੂੰ ਜਾ ਰਿਹਾ ਸੀ। ਦੋਹਾਂ ਵਿੱਚੋਂ ਕਿੱਥੇ ਜਾਵਾਂ? ਇੱਕ ਘਰ ਰੱਬ ਦਾ ਯਾਰ ਵੱਲੇ ਜਾਣਾ, ਤੇ ਉਹ ਸਿੱਧੇ ਮੂੰਹ ਬੁਲਾਉਂਦਾ ਨਹੀਂ। ਰੱਬ ਕੋਲੇ ਜਾਣਾ ਤੇ ਉਹ ਲਾਗੇ ਵੀ। ਦੋਹਾਂ ਵਿੱਚੋਂ ਕਿੱਥੇ ਜਾਵਾਂ? ਇਹੋ ਦੁੱਖ। ਕਹਿਣ ਲੱਗੇ 45 ਮਿੰਟ ਮੇਰਾ ਖਰਾਬ ਕਰਤਾ ਆਨੰਦ ਤੂੰ, ਤੇਰਾ ਭਲਾ ਹੋ ਜੇ। ਤੇਰਾ ਮੈਨੂੰ ਬਾਜ਼ਾਰਾਂ 'ਚ ਖਿੱਚੀ ਫਿਰਦਾ ਰਿਹਾ, ਮੈਂ ਕੀ ਕਰਨਾ ਸੀ? ਸੋ ਸਾਧ ਸੰਗਤ ਜੀ, ਉਹ ਜਿਹੜਾ ਵਪਾਰੀ ਸੀ, ਉਹਨੇ ਕਦਮਾਂ ਤੇ ਸਿਰ ਰੱਖ ਕੇ ਮਾਫੀ ਮੰਗੀ। ਕਹਿੰਦੇ ਭਲਿਆ ਮੈਨੂੰ ਮਾਫ ਕਰੀ। ਕਹਿਣ ਲੱਗਾ ਮੈਂ ਤੇਰੀਆਂ ਟਾਕੀਆਂ ਵੇਖ ਕੇ, ਤੇਰੀ ਦਾਲ ਡੁੱਲੀ ਵੇਖ ਕੇ, ਤੇ ਮੇਰੇ ਅੰਦਰ ਆਇਆ ਵੀ ਇਹਨੂੰ ਕੁਝ ਦਿੰਨੇ ਐ। ਹੱਥ ਜੋੜ ਕੇ ਕਹਿੰਦਾ ਸੱਜਣਾ, ਇਹਨਾਂ ਕੁੜਤੇ ਦੀਆਂ ਟਾਕੀਆਂ ਨੂੰ ਟਾਕੀਆਂ ਨਾ ਸਮਝੀ, ਇਹ ਗੁਰੂ ਰਾਮਦਾਸ ਦੇ ਘਰ ਦੀਆਂ ਡਿਗਰੀਆਂ ਏ। ਤੇ ਮੇਰੇ ਸਰੀਰ ਦੇ ਕੱਪੜਿਆਂ ਤੇ ਡੁੱਲੀ ਹੋਈ ਦਾਲ, ਤੇ ਝੂਠੇ ਬਰਤਨਾਂ ਦਾ ਜਿਹੜਾ ਪਾਣੀ ਤੂੰ ਤੱਕਿਆ ਏ,
ਇਹ ਝੂਠ ਨਹੀਂ, ਗੁਰੂ ਰਾਮਦਾਸ ਦੇ ਘਰ ਦੀਆਂ ਬਖਸ਼ਿਸ਼ਾਂ ਨੇ, ਬਖਸ਼ਿਸ਼। ਇਸ ਕਰਕੇ ਸਾਧ ਸੰਗਤ ਇਹ ਕਿਤੇ ਭੁਲੇਖਾ ਨਾ ਖਾ ਜਿਓ। ਉਹਨੂੰ ਭੁਲੇਖਾ ਸੀ ਆਪਣੀ ਮਾਇਆ ਦਾ, ਆਪਣੇ ਕੱਪੜਿਆਂ ਦਾ, ਆਪਣੀ ਜਵਾਨੀ ਦਾ, ਤੇ ਉਹਦੇ ਅੰਦਰ ਮੈਂ ਬੋਲੀ, ਯਾਨੀ ਗੁਰੂ ਰਾਮਦਾਸ ਜੀ ਨੇ ਉਹਨੂੰ ਆ ਕੇ ਦਰਸ਼ਨ ਦਿੱਤੇ। ਇਸ ਕਰਕੇ ਕਦੇ ਵੀ ਸੰਗਤ ਵਿੱਚ ਕਿਸੇ ਪ੍ਰਤੀ ਗੱਲ ਲਾ ਕੇ ਨਾ ਕਰਿਓ, ਕਿਸੇ ਨੂੰ ਮੰਦਾ ਨਾ ਬੋਲਿਓ, ਪਤਾ ਨਹੀਂ ਕਿਹਦੇ ਲਾਗੇ ਗੁਰੂ ਰਾਮਦਾਸ ਬੈਠੇ ਹੋਣੇ। ਦੂਜਾ ਨੰਬਰ, ਜਦੋਂ ਵੀ ਗੁਰਦੁਆਰੇ ਸੰਗਤ ਵਿੱਚ ਆਉਣਾ ਹੈ ਤੇ ਕਦੇ ਹਉਮੈ ਲੈ ਕੇ ਨਾ ਆਈ, ਕਦੇ ਆਪਣੇ ਆਪ ਨੂੰ ਉੱਚਾ ਲੈ ਕੇ ਨਾ ਆਈ। ਪਤਾ ਨਹੀਂ ਤੇਰੇ ਤੋਂ ਵੱਧ ਇੱਥੇ ਕਿੱਡੀਆਂ ਕਿੱਡੀਆਂ ਹਸਤੀਆਂ ਦੇ ਚੌਂਕੜੇ ਲੱਗੇ ਆ। ਤੀਜਾ ਬਚਨ ਮਹਾਂਪੁਰਖ ਕਹਿੰਦੇ ਸੀ, ਕਦੇ ਵੀ ਸੰਗਤ ਵਿੱਚ ਭੀੜ ਹੋਵੇ, ਲੰਗਰ ਵਿੱਚ ਭੀੜ ਹੋਵੇ, ਪੰਗਤ ਵਿੱਚ ਭੀੜ ਹੋਵੇ, ਤੇ ਤੈਨੂੰ ਧੱਕਾ ਧੁੱਕਾ ਵਜੇ, ਆਪਣੇ ਮੁਖ ਚੋਂ ਮੰਦਾ ਸ਼ਬਦ ਨਾ ਕੱਢਦੀ। ਕਈ ਵਾਰੀ ਆਪਾਂ ਲਾਈਨ 'ਚ ਲੱਗਿਆ, ਧੱਕਾ ਮਾਰਿਆ, ਆਪਾਂ ਕਹਿੰਦਾ ਆਨਾ ਹੈ, ਤੈਨੂੰ ਦੀਦਾ ਨਹੀਂ। ਜੇ ਮੰਨ ਲਾ ਪੰਗਤ ਵਿੱਚ ਭੀੜ, ਆਪਾਂ ਕਹਿੰਦਾ ਉੱਤੇ ਚੜ ਗਿਆ, ਓਏ ਪੈਰ ਮੇ ਤਾਂ ਮਰ ਜੇ ਤੂੰ ਕਿਤੇ। ਅੱਜ ਤੋਂ ਬਾਅਦ ਇਹ ਕਥਾ ਪੱਕੀ ਸੁਣ ਲਿਓ, ਭੁਲਾ ਨਾ ਦਿਓ, ਵਾਰ-ਵਾਰ ਨਹੀਂ, ਕਿਤੇ ਕਿਰਪਾ ਮਾਰੇ ਕਰਦੇ। ਕਹਿੰਦੇ ਜਦੋਂ ਵੀ ਤੁਹਾਨੂੰ ਗੁਰਦੁਆਰੇ ਪੰਗਤ ਵਿੱਚ, ਸੰਗਤ ਵਿੱਚ, ਰੰਗਤ ਵਿੱਚ ਕਦੇ ਵੀ ਕਿਤੇ ਧੱਕਾ ਜ਼ੋਰ ਨਾ ਵੱਜੇ ਤੇ ਆਖਿਓ ਸਤਿਨਾਮ। ਕਿਸੇ ਨੇ ਆਖਿਆ ਉਹ ਕਿਉਂ? ਕਹਿੰਦੇ ਜਿਹਨੂੰ ਸੰਗਤ ਵਿੱਚ ਧੱਕਾ ਇੱਕ ਵੱਜਦਾ ਏ, ਜਮਾਂ ਦੇ ਹਜ਼ਾਰਾਂ ਧੱਕੇ ਜਿਹੜੇ ਖਤਮ ਹੋ ਜਾਂਦੇ। ਸੰਗਤ ਦੇ ਵਿੱਚ ਆਇਆ ਹੋਇਆ ਕਸ਼ਟ ਜਿਹੜਾ ਏ, ਉਹ ਗੁਰੂ ਰਾਮਦਾਸ ਪਾਤਸ਼ਾਹ ਅਗਲਾ ਬੰਦਾ ਸਾਫ਼ ਕਰਦੇ। ਆ ਪਤਾ ਨਹੀਂ ਇੱਥੇ ਕਿੰਨੀ ਸੰਗਤ ਸ਼ਰਧਾ ਵਾਲੀ ਗੁਰਦੁਆਰੇ ਆਉਂਦੀ, ਸੱਟਾਂ ਲਵਾਈਆਂ, ਆ ਬੈਠੀ ਸੰਗਤ, ਕਿਸੇ ਨੇ ਸਿਰ ਪੜਵਾਇਆ, ਕਿਸੇ ਨੇ ਚੂਕਣੇ ਤੜਾਏ, ਕਿਸੇ ਨੇ, ਲੋਕਾਂ ਨੇ ਆਖਿਆ ਜਾਓ ਹੋਰ ਜਾਣਾ ਵਾਲੀ ਸਾਹਿਬ। ਪਰ ਅੱਜ ਗੁਰੂ ਰਾਮਦਾਸ ਅੰਦਰ ਆ ਕੇ ਕਹਿੰਦੇ, ਸੰਗਤ ਵਿੱਚ ਆਉਣ ਵਾਲੇ ਨੂੰ ਜੇ ਸੱਟ ਵੀ ਲੱਗਦੀ ਹੈ ਤੇ ਜਮਾਂ ਦੀਆਂ ਕਈ ਸੱਟਾਂ ਸਾਫ਼ ਹੋ ਜਾਂਦੀਆਂ। ਲੋਕਾਂ ਨੂੰ ਕੀ ਪਤਾ, ਤੇ ਮੂਰਖ ਆ, ਇਹਨਾਂ ਦੇ ਘਰ ਦੇ ਲੜੀ ਜਾਣਾ। ਉਹਨਾਂ ਕਹਿਣਾ ਵੇਖਿਆ ਇਹ ਬਾਬਾ ਸੁੱਖਾ ਲੈ ਕੇ, ਮੈਨੂੰ ਵੀ ਵਿੱਚੇ ਪੈਂਦੀਆਂ। ਹਾਂ, ਬੀਬੀ ਨੂੰ ਸਮਝਾਇਆ ਸੀ ਬਥੇਰਾ, ਇਹ ਬੜਾ ਜਾਂਦੀ ਕਥਾ ਸੁਣ, ਬਹਿ ਜੇ ਬਾਬੇ ਦਾ ਬੇੜਾ, ਨਾਲੇ ਬੀਬੀ ਮੰਜੇ ਤੇ ਪਈ ਤੇ ਬਾਬਾ ਲੈ ਕੇ ਬਹਿ ਗਿਆ ਹੈ। ਤੋ ਇਸ ਕਰਕੇ ਵਿੱਚੇ ਮੈਨੂੰ ਵੀ ਮਿਲਦੀਆਂ, ਕਹਿੰਦੇ ਨਾ ਉੱਥੇ ਕਥਾ ਕਰੇ ਤੇ ਨਾ ਜਾਣੇ, ਭੱਜ ਜਾਂਦੇ ਆ। ਸੋ ਇਸ ਕਰਕੇ ਭਰਾਵਾ ਅਰਦਾਸ ਕਰੀ ਦੀ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਸੱਟ ਵਿੱਚ ਭਲਾ ਕਰ ਦੇਣਾ ਤੇ ਮੇਰਾ ਗਾਲਾਂ ਚ ਹੋ ਜਾਣਾ। ਇਹ ਗੁਰੂ ਰਾਮਦਾਸ ਦੇ ਘਰ ਦੀ ਕੋਈ ਖੇਡ ਜੇ, ਇਹਨੂੰ ਕਦੇ ਗਵਾ ਨਾ ਲਿਓ। ਸੋ ਭੇਜਿਆਂ ਦੇ ਬਚਨਾਂ ਵੀ ਸੰਗਤ ਵਿੱਚ ਕੁਛ ਵੀ ਤੇਰੇ ਨਾਲ ਹੁੰਦਾ ਏ, ਮੁੜ ਕੇ ਜਵਾਬ ਨਾ ਦੇਈ, ਸਤਿਨਾਮ ਵਾਹਿਗੁਰੂ ਕਹੀ, ਪਤਾ ਨਹੀਂ ਕਿੰਨਾ ਕੁ ਭਲਾ ਕਰਦੇ ਹਨ। ਸੰਗ ਸੋ ਭੋਜਨ ਖਾਣ ਕੇ। ਸੋ ਕਹਿੰਦੇ ਭਾਈ ਆ ਜੈ ਰਾਮ ਜੀ ਨੂੰ ਗੁਰੂ ਨਾਨਕ ਸਾਹਿਬ ਨੇ ਕਿੰਨਾ ਸਮਾਂ ਛਾਤੀ ਨਾਲ ਲਾਇਆ, ਆਨੰਦ ਵਰਤ ਗਿਆ। ਤੇ ਬੇਬੇ ਕਹਿੰਦੀ ਬਸ ਕਰ ਜਾਓ ਹੁਣ ਪ੍ਰਸ਼ਾਦਾ ਪਾਣੀ ਵੀ ਛਕ ਲਓ, ਕਿ ਅੱਜ ਸਾਰਾ ਪਿਆਰ ਇੱਥੇ ਹੀ ਕਰ ਦੇਣਾ ਹੈ। ਮੇਰੀ ਬੇਬੇ ਵਰਗਾ ਕੌਣ ਖਾਣਾ ਬਣਾ ਸਕਦਾ, ਜਿਹਦਾ ਏਡਾ ਚੌਂਕੜਾ 18-19 ਘੰਟੇ ਦੀ ਬਾਤ, ਉਹਦੇ ਤੇ ਆਟਾ ਗੁੰਨਣ ਵਿੱਚ ਵੀ ਅੰਮ੍ਰਿਤ ਹੈ। ਪੁਰਾਣੇ ਲੋਕੀ ਤੰਦਰੁਸਤ ਸੀ, ਪੁੱਛੋ ਕਿਉਂ? ਬੋਲੋ ਕਿਉਂ? ਕਿਉਂ ਦਾ ਕਾਰਨ ਕੀ? ਵੀ ਮੈਂ ਆਪਣੀ ਦਾਦੀ ਵੇਖੀ, ਹੁਣ ਤਾਂ ਨਹੀਂ, ਆਟਾ ਗੁੰਨਦਿਆਂ ਵੀ ਵੇਖਿਆ, ਪੇੜੇ ਕਰਦਿਆਂ ਉਹਨਾਂ ਨੂੰ ਵੇਖਿਆ, ਤੇ ਲੋਹ ਹੁੰਦੀ ਸੀ, ਅੱਗ ਡਾਉਣਾ, ਕਿਹੜਾ ਪੁੱਤ ਆ ਜਾਓ ਅੱਗ ਡਾਓ, ਚਾਹ ਹੁੰਦਾ ਸੀ। ਔਰ ਉਹਨਾਂ ਨੂੰ ਵੇਖਿਆ, ਪਹਿਲਾਂ ਤਾਂ ਆਟਾ ਗੁੰਨਣ ਲੱਗਿਆ ਪਾਠ ਕਰਨਾ, ਫਿਰ ਪੇੜੇ ਚੋਂਡਾਂ ਕਰਦਿਆਂ ਪਾਠ ਕਰਨਾ, ਫਿਰ ਚਕਲਾ ਵੇਲਣਾ, ਤੇ ਫਿਰ ਲੋਹ ਤੇ ਪਾ ਕੇ ਸਤਨਾਮ ਕਹਿ ਕੇ ਪ੍ਰਸ਼ਾਦੇ ਸਾਰੇ ਲੈ ਜਾਣੇ। ਐਡੀ ਥਈ ਸੀ, ਪਰਿਵਾਰ ਤਕੜਾ ਸੀ, 4 ਭਰਾ ਸੀ, ਬਾਪੂ ਨੇ ਗਾਂਹ ਥੋੜਾ ਥੋੜਾ ਵਾਹਵਾ ਕੰਮ, 30, 25, 32 ਜਣੇ ਬਣ ਜਾਣੇ। ਉਹ ਐਡੀ ਵੱਡੀ ਪਰਾਤ ਭਰ ਕੇ ਪ੍ਰਸ਼ਾਦੇ ਦੇ ਵਿੱਚੋਂ 5 ਕੱਢ ਕੇ ਕਹਿਣਾ ਦਾਦੀ ਇਹ ਕੀ? ਕਹਿਣਾ ਇਹ ਬੇਬੇ ਨਾਨਕੀ ਸਿਖਾ ਗਈ ਸਾਨੂੰ ਸਾਰੀਆਂ ਭੈਣਾਂ ਨੂੰ, ਵੀ ਪ੍ਰਸ਼ਾਦੇ ਦੇ ਵਿੱਚੋਂ 5 ਪ੍ਰਸ਼ਾਦੇ ਗੁਰੂ ਦੇ ਕੱਢਿਓ। ਅੱਜ ਤੇ 5 ਸਾਰੇ ਨਹੀਂ ਹੁੰਦੇ, ਤੇ ਆਖੋ ਸਤਨਾਮ। ਹਾਂ, ਕਈ ਘਰਾਂ 'ਚ ਮੈਂ ਵੀ ਵਿਆਹ ਵਰਿਆ, ਪਹਿਲਾਂ ਹੀ ਇੰਨਾ ਆਟਾ, ਕਹਿਣਗੇ ਜੀ ਕਿੰਨੇ ਪ੍ਰਸ਼ਾਦੇ ਖਾਣੇ ਆ? ਮੈਂ ਕਿਹਾ ਇੰਚੀ ਟੇਪ ਲਿਆਓ, ਢਿੱਡ ਮਿਣੀਏ। ਚਲੋ ਭਾਵੇਂ ਆਪਾਂ ਮਜ਼ਾਕ 'ਚ ਲੈਨੇ ਜੀ, 2 ਖਾਓਗੇ ਕਿ 3 ਖਾਓਗੇ? ਮੈਂ ਕਿਹਾ ਤੇ ਹੁਣ ਬਣਾਉਣ ਵਾਲੇ ਦੇ ਰਸ ਨੂੰ ਆ ਵੀ ਚੰਗਾ ਸਵਾਦ, ਸਬਜ਼ੀ ਭਾਜੀ ਤੇ 5-7 ਵੀ ਖਾਣੇ। ਨਹੀਂ ਫਿਰ ਵਾਧੂ ਨਾ ਪੈਰਨ, ਪਹਿਲਾਂ ਦੱਸ ਦਿਓ 2 ਖਾਣੇ ਜਾਂ 4 ਖਾਣੇ। ਹੁਣ ਏਦਾਂ ਦਾ ਪ੍ਰੋਗਰਾਮ ਆ ਘਰਾਂ 'ਚ,
ਰਹਿੰਦਾ ਖੁੰਦਾ ਮਹਿੰਗਾਈ ਨੇ ਲੱਕ ਤੋੜਤਾ। ਜਿੱਥੇ ਚਾਹ 4 ਗਲਾਸ ਪਹਿਲੋਂ ਕਹਿਣਗੇ ਕਿੰਨੀ ਕੁ ਪੀਣੀ ਓਨੀ ਕੁ ਬਣਾਉਣੀ ਹੈ, ਕਿਉਂਕਿ ਮਹਿੰਗਾ ਬੜਾ। ਮੈਂ ਬੇਬੇ ਵੱਲ ਜਾਵਾਂ ਵੀ ਪਹਿਲਾ ਸਮਾਂ ਚੰਗਾ ਸੀ, ਉਹਨਾਂ ਦੇ ਹੱਥਾਂ 'ਚ ਬਰਕਤਾਂ ਸੀ, ਉਹ ਲਾਇਆ ਹੋਇਆ ਅੰਨ ਪਾਣੀ ਵੀ ਅੰਦਰ ਜਾ ਕੇ ਤੇ ਆਨੰਦ ਬਣਦਾ ਸੀ, ਆਨੰਦ। ਹੁਣ ਜਿਹੜਾ ਬੰਦਗੀ ਵਾਲੇ ਹੱਥ ਦਾ ਪ੍ਰਸ਼ਾਦਾ ਛਕਦਾ ਉਹਨੂੰ ਕਥਾ ਕੀਰਤਨ ਚੰਗੀ ਲੱਗੂ, ਯਾਨੀ ਸਾਚੇ ਨਾਮ ਕੀ ਉਹਦਾ ਅੰਦਰ ਜਿਹੜਾ ਪਸੰਦ ਕਰੂਗਾ ਕਥਾ ਕੀਰਤਨ ਨੂੰ, ਉਹ ਤੇ ਬਹਿ ਜਾਣਾ ਭਾਵੇਂ ਧੁੱਪੇ ਪਾ ਦਿਓ। ਹੁਣ ਅੱਜ ਕਿਉਂ ਨਹੀਂ ਅਸੀਂ ਕਥਾ ਕੀਰਤਨ 'ਚ ਬਹਿੰਦੇ, ਬਾਣੀ ਸੁਣਦੇ? ਕਿਉਂਕਿ ਸਾਡਾ ਅੰਦਰ ਗਲ ਗਿਆ। ਜਿਹੜਾ ਗੋਲ ਗੱਪਾ ਅਸੀਂ ਖਾਧਾ ਏ ਨਾ, ਉਹ ਜਿਹੜਾ ਖਵਾ ਰਿਹਾ ਏ ਉਹ 2-1 ਦਾ ਲਾਉਂਦਾ। ਬੋਲੋ ਵਾਹਿਗੁਰੂ। 2-1 ਦਾ ਸਮਝ ਗਏ, ਮੈਂ ਨਾਂ ਨਹੀਂ ਲੈਣਾ। ਤੇ ਸਾਡੇ ਬਾਜਾਂ ਵਾਲੇ ਸਤਿਗੁਰੂ ਮਹਾਰਾਜ ਜੀ ਦਾ ਘੋੜਾ ਵੀ ਜਵਾਬ ਦੇ ਗਿਆ, ਕਹਿੰਦਾ ਮੈਂ ਇੱਥੋਂ ਲੰਘਣਾ ਨਹੀਂ। ਹਾਂਜੀ, ਇਤਿਹਾਸ ਮੈਂ ਕੋਲੋਂ ਨਹੀਂ ਕੁਝ ਕਹੂੰ। ਮਹਾਰਾਜ ਕਹਿੰਦੇ ਜਗਤ ਝੂਠ ਹੈ, ਇਹੋ ਜਿਹੇ ਬੰਦੇ ਦੇ ਕੋਲ ਨਹੀਂ ਖੜੋਣਾ, ਹੱਥ ਮਿਲਾਉਣਾ ਤੇ ਦੂਰ ਦੀ ਗੱਲ। ਅੱਜ ਮੈਂ ਵੀ ਵਿੱਚੇ ਸਾਰੇ ਉਹਨਾਂ ਦਾ ਬਣਾਇਆ ਖਾਂਦਾ। ਭੱਜੋ ਕਿੱਥੇ ਭੱਜਦੇ? ਕਿਸ ਤਰ੍ਹਾਂ ਕਰ ਜਾਓਗੇ ਪਾਠ ਤੁਸੀਂ? ਕਿਸ ਤਰ੍ਹਾਂ ਗੁਰਦੁਆਰੇ ਬਹਿ ਜਾਓਗੇ? ਤੁਹਾਡੇ ਅੰਦਰ ਨੇ ਤੁਹਾਨੂੰ ਬਹਿਣ ਨਹੀਂ ਦੇਣਾ। ਇੱਥੇ ਕਈ ਕਹਿਣਗੇ ਬਾਬਾ ਜੀ ਦਿਲ ਕਰਦਾ ਕਥਾ ਨੂੰ ਪਰ ਜਾਣਾ। ਇੱਥੇ ਬਾਹਰ ਨਿਕਲੇ ਕੋਈ ਉਹੋ ਜਿਹਾ ਮਿਲ ਪਿਆ, 2 ਘੰਟੇ ਚੁਗਲੀਆਂ ਕਰਦਿਆਂ ਕੱਢਤੇ, ਇੱਥੇ ਨਹੀਂ ਬੈਠਾ ਗਿਆ, ਕਿਉਂਕਿ ਅੰਦਰ ਇਹ ਚੀਜ਼ ਨੂੰ ਪਸੰਦ ਕਰਨਾ ਹੀ ਨਹੀਂ ਚਾਹੁੰਦਾ। ਜਿਹੜੇ ਬੰਦੇ ਨੂੰ ਸ਼ੂਗਰ ਆ ਉਹਨੂੰ ਮਿੱਠਾ ਸੈੱਟ ਨਹੀਂ ਬੈਠੂਗਾ, ਜਿਹਦਾ BP ਵੱਧਦਾ ਉਹਨੂੰ ਲੂਣ ਨਹੀਂ ਸੈੱਟ ਬੈਠੂਗਾ। ਜਿਸ ਬੰਦੇ ਦੇ ਅੰਦਰ ਪਾਪ ਪੈਦਾ ਹੋ ਗਏ, ਬਾਬਾ ਕਬੀਰ ਕਹਿੰਦਾ ਲੱਤਾਂ ਜੋੜ ਕੇ ਲੰਮੇ ਪਾ ਲਓ, ਕਥਾ 'ਚ ਨਹੀਂ ਬੈਠੋ। ਮੈਂ ਨਹੀਂ, ਗੁਰਬਾਣੀ ਫੈਸਲਾ ਕਰ ਰਹੀ। ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸਹਾਏ, ਮਾਖੀ ਚੰਦਨ ਪਰ ਹਰੈ ਜੈ ਬਿਗੰਧ। ਮੱਖੀ ਨੂੰ ਫੜ ਕੇ ਗੁਲਾਬ ਤੇ ਭਾਓ, ਕਦਾ ਚਿੱਤ ਨਹੀਂ ਬਹੂਗੀ, ਗੰਦ ਤੇ ਜਾਊ, ਭਾਵੇਂ ਡਾਓ ਫੇਰ ਆਊਗੀ। ਫੇਰ ਇੱਕ ਦਿਨ ਨਾ ਵੈਸੇ ਭਜਨ ਚੱਲਿਆ, ਪਾਠ ਕਰਦੇ ਨੇ, ਮੱਖੀ ਇੱਕ ਆਵੇ ਤੇ ਇੱਥੇ ਆਵੇ, ਮੈਂ ਭਜਾਵਾਂ ਤੇ ਫੇਰ ਆਵੇ, ਮੈਂ ਭਜਾਵਾਂ ਫੇਰ ਆਵੇ। ਤੇ ਇਹਨੂੰ ਮੈਂ ਆਖਿਆ ਕਿ ਕੋਈ ਪ੍ਰਬੰਧ ਕਰੀਏ। ਆਵੇ ਪਿੱਛੇ ਲੱਗੀ ਟੂਬ ਜੀ ਇੱਕ, ਤੇ ਹੋਰ ਵੀ ਕਈ ਕੁਝ। ਤੇ ਇੱਕ ਮਹਾਂਪੁਰਖ ਕਿਸੇ ਪਿਆਰੇ ਕੋ ਅਸੀਂ ਬੈਠੇ, ਤੇ ਉੱਥੇ ਵੀ ਸਹਿ ਸੁਭਾਅ ਏਦਾਂ ਮੱਖੀਆਂ ਸੀ। ਤੇ ਮੇਰੇ ਮੂੰਹ ਨਿਕਲਿਆ ਕੋਈ ਸਾਧੂ, ਮੈਂ ਕਿਹਾ ਇਹਨੇ ਬੜਾ ਲਹੂ ਪੀਤਾ, ਇਹ ਗੁਰਦੁਆਰੇ ਵੀ ਨਹੀਂ ਪਾਠ ਕਰਦਿਆਂ ਵੀ ਨਹੀਂ ਛੱਡਦੀ। ਤੇ ਉਹ ਸਾਧੂ ਭੇਜ ਕੇ ਕਹਿਣ ਲੱਗੇ, ਪੁੱਤ ਮੱਖੀ ਕਿੱਥੇ ਬਹਿੰਦੀ ਜ਼ਿਆਦਾ? ਮੈਂ ਕਿਹਾ ਗੰਦ ਤੇ। ਕਹਿੰਦੇ ਸਾਡੇ ਅੰਦਰ ਕੀ ਹੈ? ਗੰਦ। ਸਾਡੀਆਂ ਅੱਖਾਂ 'ਚ ਗੰਦ, ਸਾਡੇ ਕੰਨਾਂ 'ਚ ਗੰਦ, ਸਾਡੇ ਮੂੰਹ 'ਚ, ਤੇ ਮੱਖੀ ਕਿੱਥੇ ਜਾਵੇ? ਬੋਲੋ ਸਤਿਨਾਮ। ਤੇ ਮੈਂ ਕਿਹਾ ਵਾਹ, ਭਿੱਜਿਆਂ ਦੀਆਂ ਗੱਲਾਂ ਵਿੱਚ ਕਿੰਨਾ ਰਸ ਹੈ ਵੀ ਆਪਾਂ ਭਜਾਉਣੇ। ਉਹ ਮੱਖੀ ਇਹ ਦੱਸ ਰਹੀ ਹੈ ਵੀ ਤੂੰ ਗੰਦਾ ਹੈ, ਤੂੰ ਗੰਦਾ ਏ। ਭਾਵੇਂ ਤੂੰ ਟੌਰ ਕੱਢੀ ਹੈ, ਜੋ ਮਰਜ਼ੀ ਅਟਨ ਪਟਨ ਕੀਤਾ, ਪਰਫਿਊਮ ਰੱਖੇ, ਵਧੀਆ ਚਾਦਰਾਂ ਸੂਟ ਮਹਿੰਗੇ, ਪਰ ਜੇ ਤੂੰ ਸੱਚੀ ਪੁੱਛੇ ਤੂੰ। ਤੇ ਬਾਬੇ ਨਾਨਕ ਦੀ ਆਸਾ ਦੀ ਵਾਰ 'ਚ ਸਿੱਧਾ ਹੀ ਮਹਾਰਾਜ ਨੇ ਕਹਿਤਾ, ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਤਾਂ ਹੋਆ। ਮਹਾਰਾਜ ਕਹਿੰਦੇ ਬੰਦਾ ਬੀਬੀ ਕਿੰਨਾ ਗੰਦਾ ਹੈ ਵੀ ਰੋਟੀ ਕਿੰਨੀ ਪਵਿੱਤਰ ਆ। ਜਦੋਂ ਮੂੰਹ ਥਾਣੀ ਇਹਦੇ ਟੈਂਕੀ 'ਚ ਜਾਂਦੀ ਆ ਨਾ, ਤੇ ਜਦੋਂ ਵਿੱਚੋਂ ਦੀ ਨਿਕਲਦੀ ਆ ਤੇ ਥੁੱਕਾਂ ਪਈਆਂ, ਆਸਾ ਦੀ ਵਾਰ ਪੜਿਓ। ਮਹਾਰਾਜ ਕਹਿੰਦੇ ਪਸ਼ੂ ਮਿਲੈ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ। ਕਹਿੰਦੇ ਤੇਰੇ ਤੋਂ ਤੇ ਡੰਗਰ ਚੰਗੇ। ਖਲ ਖਾ ਕੇ ਤੂੜੀ ਸ਼ਾਮਾਂ ਨੂੰ ਦੁੱਧ ਦੀ ਬਾਲਟੀ ਭਰ ਦੇ। ਓਏ ਨਕਮਿਆਂ ਪਾਠ ਕਰਿਆ ਕਰ, ਗੁਰਦੁਆਰੇ ਸੇਵਾ ਕਰਿਆ ਕਰ। ਓਏ ਤੂੰ ਇੰਨੀਆਂ ਕਰੀਮਾਂ ਮਕਾਤੀਆਂ, ਇੰਨੇ ਪਰਫਿਊਮ ਮਕਾਤੇ, ਸਾਬਣ ਇੰਨੇ ਖੋਰ ਖੋਰ ਤੇ, ਇੰਨਾ ਕੁਝ ਬਰਬਾਦ ਕਰਤਾ, ਪਾਣੀ ਕੁਆਂਟਲਾਂ ਨਾਲ ਰੁੜ ਗਿਆ ਵਹਿਣੀ ਵਿੱਚ, ਪਰ ਤੂੰ ਫੇਰ ਗੰਦੇ ਦਾ। ਬੰਦਗੀ ਬਗੈਰ ਬੰਦਾ। ਤੋ ਇਸ ਕਰਕੇ ਮੇਰੀ ਬੇਬੇ ਕਹਿੰਦੀ ਆ ਜਾਓ ਸਾਈਂ ਪ੍ਰਸ਼ਾਦਾ ਛਕੋ। ਤੇ ਉਹ ਬੇਬੇ ਜੀ ਹੁਣ ਪ੍ਰਸ਼ਾਦਾ ਛਕਾਉਣ ਲੱਗੇ, ਤੇ ਆਪਾਂ ਵੀ ਨਾਲ ਹੀ ਛਕ ਲੈਣਾ। ਟਾਈਮ 10 ਮਿੰਟ ਹੈਗਾ ਆਪਣੇ ਕੋਲ, ਇਹ ਮੌਕਾ ਮਿਲਿਆ। ਆਜੋ ਅੱਜ ਬੇਬੇ ਦੇ ਹੱਥ ਦਾ ਛਕੀਏ ਜੀ। ਉਦਨ ਸਰਬੀ ਸਿਤਾ ਤਹਿਤ ਅਨ ਸਾਜਿਆ। ਇਹਨੂੰ ਕਿਨੇ ਪੜ੍ਹਨਾ? ਹੋ ਗਏ ਰਸੋਈ ਥਾਨ ਮੁਦਤ ਮਨ ਮਾਨ ਕੋ, ਸੋ ਮਾਰੇ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ। ਦਇਆ ਦੇ ਸਾਗਰ ਬੇਬੇ ਜੀ ਰਸੋਈ ਦੇ ਵਿੱਚ ਪਹੁੰਚ ਗਏ, ਤੇ ਬੜੇ ਪ੍ਰੇਮ ਦੇ ਨਾਲ, ਚਾਅ ਦੇ ਨਾਲ ਪਹੁੰਚੇ। ਇੱਕ ਗੱਲ ਵੀ ਲਿਖ ਲਓ, ਜਿਹੜੀ ਮੇਰੀ ਭੈਣ ਤੁਹਾਡੇ 'ਚ ਮਾਂ
ਕਿਚਨ ਦੇ ਵਿੱਚ ਖੁਸ਼ ਹੋ ਕੇ ਜਾਊਗੀ ਨਾ, ਉਹਦੇ ਹੱਥਾਂ 'ਚ ਰਸ। ਤੇ ਜਿਹੜੀ ਬੀਬੀ ਭੈਣ ਸੜਦੀ ਵੱਲਦੀ ਜਾਊਗੀ, ਉਹ ਤੇ ਫਿਰ ਕੈਪਸੂਲ ਹੀ ਬਣਾਉ, ਪ੍ਰਸ਼ਾਦੇ ਨਹੀਂ ਬਣਦੇ। ਸਭ ਤੋਂ ਪਹਿਲੀ ਗੱਲ ਹੁੰਦੀ ਕਿਚਨ ਦੇ ਵਿੱਚ ਜੁੱਤੀ, ਦੂਜਾ ਸਿਰ ਨਹੀਂ ਛੱਡਣਾ, ਤੇ ਤੀਜਾ ਮੁੱਖ ਦੇ ਵਿੱਚੋਂ ਵਾਹਿਗੁਰੂ। ਹੈਗਾ ਜੇ ਕਿ ਨਹੀਂ? ਕਹਿ ਬਾਬਾ ਰਹਿਣ ਦੇ, ਚੁੱਪ ਕਰ ਜਾ, ਪ੍ਰਸ਼ਾਦੇ ਤੋਂ ਭੁੱਖੇ ਮਰੋਗੇ, ਇੰਨੀ ਸਿਕਿਉਰਿਟੀ ਨਹੀਂ ਲੱਭਣੀ। ਤੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਮੇਰੀ ਬੇਬੇ ਜੀ ਰਸੋਈ 'ਚ ਪਹੁੰਚ ਗਏ। ਪਹਿਲਾਂ ਤੇ ਜੁੱਤੀ ਪੁਰਾਣੇ ਨਹੀਂ ਸੀ ਖੜਦੇ, ਕਦੇ ਚਿੱਤ ਪ੍ਰਸ਼ਾਦਾ ਲਾਉਣ ਲੱਗਿਆਂ ਜੁੱਤੀ ਨਹੀਂ ਬੀਬੀਆਂ ਪੁਰਾਣੀਆਂ। ਤੇ ਮੇਰੀ ਬੇਬੇ ਨੇ ਪ੍ਰਸ਼ਾਦਾ ਸ਼ੁਰੂ ਕਰਨਾ ਹੈ, ਸਿਰ ਤੇ ਪਟਕੀ ਹੈ, ਮੁੱਖ 'ਚ ਬਾਣੀ ਹੈ, ਚਰਨਾਂ 'ਚ ਜੋੜਾ ਨਹੀਂ, ਹੱਥ ਸੁੱਚੇ ਕੀਤੇ। ਔਰ ਕਹਿੰਦੇ ਹਨ ਕਿ ਉਸ ਵੇਲੇ ਚਾਵਲ, ਘਿਓ, ਖੰਡ, ਦਾਲ, ਇਸ ਤਰ੍ਹਾਂ ਜਿਹੜੇ ਪਕਵਾਨ ਹਨ ਸ਼ੁਰੂ ਕੀਤੇ। ਔਰ ਕਹਿੰਦੇ ਹਨ ਕਿ ਜਦੋਂ ਬਣਾਏ ਸਾਰਾ ਕੁਝ ਦੇਸੀ ਘਿਓ, ਚੌਲ, ਖੰਡ ਪਾ ਪਾ ਕੇ ਪਤਾ ਨਹੀਂ ਕੀ ਕੁਝ ਤਿਆਰ ਕੀਤਾ, ਖੀਰਾਂ। ਤੋ ਕਹਿੰਦੇ ਹਨ ਕਿ ਉਸ ਵੇਲੇ ਮਹਿਕ ਆ ਰਹੀ ਰਸੋਈ 'ਚ, ਖੁਸ਼ਬੂ ਆ ਰਹੀ, ਖੁਸ਼ਬੂ। ਤੇ ਜਿਹੜੇ ਬਾਹਰ ਬੈਠੇ ਮੇਰੇ ਵਰਗੇ ਕਹਿੰਦੇ ਬੇਬੇ ਛੇਤੀ ਲੈ ਆਖੋ ਸਤਿਨਾਮ। ਇਹ ਗੱਲ ਸੱਚੀ ਜੇ ਪ੍ਰਸ਼ਾਦਾ ਪਕਾਉਣ ਵਾਲਾ, ਬੰਦਗੀ ਵਾਲਾ ਹੋਵੇ, ਵਰਤਾਉਣ ਵਾਲਾ, ਜੀ ਕਰਦਾ ਪਰਾਤਾਂ ਖਾ ਜਾਓ। ਤੇ ਜਿੱਥੇ ਉਹੋ ਜਿਹਾ ਉੱਥੇ ਤੇ ਕਹੀਦਾ ਵਾਹਿਗੁਰੂ ਇੱਕੋ ਹੀ ਬਸ। ਉਹ ਵੀ ਪਤਾ ਨਹੀਂ ਜਾਂਦਿਆਂ ਵੱਖੀ ਜੀ ਰਹਿ ਜਾਣੀ ਕਿ ਦਿਲ ਤੇ ਹੀ। ਤੋ ਇਸ ਕਰਕੇ ਅੱਜ ਦੀ ਸੱਚਾਈ ਜੇ, ਅੱਜ ਆਪਾਂ ਸਾਰਿਆਂ ਦੀ ਜੇਬ 'ਚ ਕੈਪਸੂਲ ਗੋਲੀਆਂ ਜੇ ਖਾ ਕੇ ਤੁਰੀਦਾ ਜੇ। ਸਿੱਧੀ ਗੱਲ ਕਹੀਏ ਵੀ ਸਵੇਰੇ ਉੱਠਦਿਆਂ ਖਾਲੀ ਪੇਟ ਵਾਲੀ ਗੋਲੀ ਨਹੀਂ ਭੁੱਲਦੇ, ਪਰ ਜਪਜੀ ਸਾਹਿਬ ਭੁੱਲ ਗਿਆ, ਮੂਲ ਮੰਤਰ ਭੁੱਲ ਗਿਆ। ਮਾਰੇ ਕਹਿੰਦੇ ਸੀ ਪਾਠ ਕਰਨ ਤੋਂ ਬਿਨਾਂ ਮੂੰਹ 'ਚ ਨਹੀਂ ਕੁਝ ਪਾਉਣਾ। ਇਸ ਸਵੇਰੇ ਕਹਿੰਦਾ ਗੋਲੀ ਲਿਆਓ ਖਾਲੀ, ਗੋਲੀ ਨਹੀਂ ਭੁੱਲਦਾ ਤੇ ਬਾਣੀ ਭੁੱਲ ਗਿਆ, ਆਖਾਂ ਜੀਵਾਂ। ਤੋ ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਬੇਬੇ ਆ ਜਾ, ਬੜਾ ਆਨੰਦ ਆ ਰਿਹਾ, ਖੁਸ਼ਬੂ ਲੈ ਆ ਹੁਣ ਕੁਛ। ਤੇ ਕਹਿੰਦੇ ਹਨ ਇਸ ਤਰ੍ਹਾਂ ਕਰਕੇ ਸੁੰਦਰ ਵਿਛਾਈ ਕਰਕੇ, ਪੰਗਤ ਰੂਪੀ ਹੋ ਕਰਕੇ। ਬੇਬੇ ਦੇ ਘਰ ਬਹੁਤ ਸੋਹਣੇ ਪਲੰਗ ਸੀ, ਬਹੁਤ ਸੋਹਣੇ ਟੇਬਲ ਸੀ, ਪਰ ਬਾਬੇ ਨੇ ਪੰਗਤ ਨੂੰ ਆਖਿਆ ਜੀ ਵੱਡਾ। ਬੋਲੋ ਸਤਿਨਾਮ। ਅੱਜ ਵੀ ਲੋਕੀ ਟੈਂਟ ਲਾ ਦਿੰਦੇ ਤੇ ਮੁੜ ਕੇ ਲੱਭਦੇ ਫਿਰਨਗੇ ਜਗ੍ਹਾ ਬਹਿਣ ਨੂੰ। ਉਹ ਜਦੋਂ ਥਾਲੀ 'ਚ ਪਾ ਲਿਆ ਸਾਰਾ ਕੁਝ ਪਲੇਟ 'ਚ, ਤੇ ਹੁਣ ਮੁੜ ਕੇ ਵੇਖਦੇ ਹੁੰਦੇ ਆ ਵੀ ਕੋਈ ਜਗ੍ਹਾ ਲੱਭ ਜੇ ਕਿਤੇ। ਮੈਂ ਵੀ ਇੱਦਾਂ ਹੀ ਚਾਹੀਦਾ ਪ੍ਰੋਗਰਾਮਾਂ 'ਤੇ। ਤੇ ਫਿਰ ਹੁਣ ਕੀ ਕਰੂ, ਇੱਕ ਹੱਥ 'ਤੇ ਥਾਲੀ ਥੱਲੇ ਆ ਤੇ ਦੂਜੇ ਨਾਲ ਤੋੜ ਕੇ, ਇਕੱਲੀ ਬੁਰਕੀ ਵੀ ਤੋੜਨੀ ਆ, ਤੇ ਕਿੱਦਾਂ ਤੋੜੋਗੇ, ਕੀ ਕਰੋਗੇ ਹੁਣ? ਉਹ ਫਿਰ ਵਕਤ ਜੀ ਨੂੰ ਫੜਿਆ ਐ ਉਂਝੇ ਕਰ ਕਰਕੇ, ਤੇ ਵਕਤ ਨੂੰ ਕੁਝ ਉੱਧਰੋਂ ਫੋਨ ਵੀ ਆ ਗਿਆ। ਹੁਣ ਫੋਨ ਕੱਢ ਕੇ ਇੱਥੇ ਲਾਇਆ ਹੁੰਦਾ ਤੇ ਐ, ਤੇ ਇਹਦੇ ਨਾਲ ਚੰਗਾ ਨਹੀਂ ਤਾਂ ਪੰਗਤ 'ਚ ਬੈਠੇ ਹੁਣ ਸਿੰਘ ਵਰਤਾਉਣ ਤੇ ਐ ਛਕਣ ਤੇ ਅਰਦਾਸਾਂ ਕਰਨ। ਅਸੀਂ ਔਖੇ ਹੋਣਾ ਪਰ ਬਾਬੇ ਨਾਨਕ ਦੀ ਨਹੀਂ ਮੰਨਣੀ। ਹਾਂਜੀ, ਬਾਬੇ ਨੂੰ ਕਿਹਾ ਵੀ ਤੇਰਾ ਡਟ ਕੇ ਵਿਰੋਧ ਕਰਾਂਗੇ, ਜੋ ਤੂੰ ਕਿਹਾ ਨਹੀਂ ਕਰਨਾ। ਕੋ ਸਤਿਨਾਮ। ਅੱਜ ਆਪਾਂ ਪੂਰੀ ਸਿਰਦਰਦੀ ਲੱਗੀ ਆਪਣੀ ਬਾਬੇ ਨਾਨਕ ਨਾਲ। ਬਾਬੇ ਨਾਨਕ ਨੇ ਆਖਿਆ ਝੂਠ ਨਹੀਂ ਬੋਲਣਾ, ਆਪਾਂ ਕਿਹਾ ਵੱਧ ਬੋਲਾਂਗੇ। ਬਾਬੇ ਨਾਨਕ ਨੇ ਆਖਿਆ ਅੰਮ੍ਰਿਤ ਵੇਲੇ ਉੱਠਣਾ, ਆਪਾਂ ਕਿਹਾ ਜਾ ਨਹੀਂ 10 ਵਜੇ ਉੱਠਾਂਗੇ। ਰਾਤ ਨੂੰ 12 ਵਜੇ ਫਿਲਮਾਂ ਵੇਖ ਕੇ ਸੌਂ ਮੈਂ ਤੇ। ਬਾਬੇ ਨਾਨਕ ਨੇ ਆਖਿਆ ਸਾਰਿਆਂ ਦਾ ਭਲਾ ਮੰਗੀ, ਮੈਂ ਕਿਹਾ ਮੈਂ ਤੇ ਆਪਦੇ ਮਾਂ ਪਿਓ ਦਾ ਨਹੀਂ ਮੰਗਿਆ ਕਦੀ। ਬਾਬੇ ਨਾਨਕ ਨੇ ਆਖਿਆ ਸੀ ਕਿਸੇ ਗਰੀਬ ਦੇ ਮੂੰਹ 'ਚ ਪਾਈ, ਮੈਂ ਕਿਹਾ ਮੈਂ ਸਾਰਿਆਂ ਦੇ ਮੂੰਹ 'ਚ ਖੋਹ ਲਿਆਊਂ। ਸਾਰੇ ਕੰਮ ਆਪਣੇ ਬਾਬੇ ਦੇ ਐਂਟੀ। ਫਿਰ ਕਹਿੰਦੇ ਜੀ ਕਲਯੁਗ ਆ, ਕਲਯੁਗ ਤਾਂ ਆਪੇ ਹੀ ਹੈ ਵੀ ਤੇਰੇ ਨਾਨਕ ਨੇ ਜੋ ਕਿਹਾ ਤੂੰ ਇੱਕ ਵੀ ਕੰਮ ਨਹੀਂ ਕੀਤਾ, ਸਾਰੇ ਕੰਮ ਤੂੰ ਪੁੱਠੇ ਕੀਤੇ। ਇਸ ਕਰਕੇ ਬੇਬੇ ਦੇ ਘਰ ਬਹੁਤ ਕੁਝ ਹੈ। ਤੇ ਜਦੋਂ ਗਏ ਸੀ ਨਾ ਕ੍ਰਿਸ਼ਨ ਜੀ ਹਸਤਨਾਪੁਰ, ਤੇ ਉੱਥੇ ਦੁਰਯੋਧਨ ਦੇ ਘਰ ਸੋਨੇ ਚਾਂਦੀ ਦੇ ਟੇਬਲ ਸੀ, ਇੰਨਾ ਪਦਾਰਥ ਉਹਨੇ ਲਾਏ ਸੀ। ਤੇ ਕ੍ਰਿਸ਼ਨ ਜੀ ਕਿੱਥੇ ਚਲੇ ਗਏ? ਬਿਦਰ ਦੀ ਕੁੱਲੀ 'ਚ। ਉੱਥੇ ਪਰਾਲੀ ਵਿਛੀ ਤੇ ਉੱਥੇ ਲੂਣ ਤੋਂ ਬਿਨਾਂ ਸਾਗ ਖਾਂਦੇ ਰਹੇ। ਤੇ ਗੁੱਸਾ ਚੜ ਗਿਆ ਦੁਰਯੋਧਨ ਨੂੰ, ਕਹਿੰਦਾ ਰਿਹਾ ਨਾ ਗੁੱਜਰ ਦਾ ਗੁੱਜਰੀ ਹੈ,
ਵੀ ਮੈਂ ਇੰਨਾ ਤਿਆਰੀ ਕੀਤੀ ਤੇ ਜਾ ਕੇ ਉਹਦੇ ਕੋਲ ਬੈਠਾ ਰਿਹਾ, ਸਾਗ ਖਾਂਦਾ ਰਿਹਾ ਭੁੱਜੇ ਬਹਿ ਕੇ। ਤੇ ਕ੍ਰਿਸ਼ਨ ਜੀ ਕਹਿੰਦੇ ਬੋਲੇ ਦੁਰਯੋਧਨ ਹੋਏ ਰੁੱਖਾ, ਘਰ ਆਏ ਸੁਣ ਬਿਦਰ ਦੇ। ਤੇ ਮਹਾਰਾਜ ਭਗਵਾਨ ਜੀ ਕਹਿੰਦੇ ਤੇਰੇ ਘਰ ਹੈ ਸਭ ਕੁਝ ਸੀ, ਪਰ ਜਿਹੜਾ ਉਹਦੇ ਕੋਲੋਂ ਤੇਰੇ ਕੋਲ ਨਹੀਂ। ਕਹਿੰਦੇ ਐਸੀ ਕਿਹੜੀ ਚੀਜ਼ ਹੈ ਜਿਹੜੀ ਉਹਦੇ ਕੋਲ ਮੇਰੇ ਕੋਲ ਨਹੀਂ? ਕਹਿੰਦੇ ਤੇਰੇ ਘਰ 'ਚ ਹੰਕਾਰ ਹੈ ਤੇ ਉਹਦੇ ਘਰ 'ਚ ਪਿਆਰ ਹੈ। ਤੇ ਅਸੀਂ ਪਿਆਰ ਦੇ ਭੁੱਖੇ ਆ, ਅਸੀਂ ਰੋਟੀਆਂ ਰਾਟੀਆਂ ਦੇ ਨਹੀਂ ਭੁੱਖੇ। ਗੋਬਿੰਦ ਤੋ ਇਸ ਕਰਕੇ ਮਹਾਰਾਜ ਸਾਹਿਬ ਦੀ ਥੱਲੇ ਚਟਾਈ ਵਿਛੀ, ਸਤਿਗੁਰੂ ਸੁਭਾਈ ਮਾਨ ਹੋਏ। ਓ ਜਿਸ ਦਰਸ਼ਨ ਤੇ ਬ੍ਰਿੰਦ ਸਭੈ ਟਰ ਜਾਏ ਦੁਖ। ਕਹਿੰਦੇ ਪ੍ਰਸ਼ਾਦਾ ਮਹਾਰਾਜ ਛਕ ਰਹੇ, ਆਨੰਦ ਵਰਤ ਰਿਹਾ, ਪ੍ਰਸੰਨ ਹੋ ਗਏ ਸਤਿਗੁਰੂ ਮਹਾਰਾਜ ਜੀ। ਤੇ ਸੰਗਤ ਜਿਹੜੀ ਹੈ ਦਰਸ਼ਨ ਕਰਦੀ, ਜਿਹੜਾ ਵੀ ਦਰਸ਼ਨ ਕਰਦਾ ਉਹਦੇ ਦੁੱਖ ਦੂਰ ਹੋ ਜਾਂਦੇ ਹਨ। ਪਤਿਤ ਸੁਨਤ ਇਤਿਹਾਸ ਏ ਸ੍ਰੀ ਗੁਰ ਸਰਦਾ ਦੇਨ। ਸਾਰੀ ਸੰਗਤ ਜੀ ਆਖੋ ਸਤਿਨਾਮ ਵਾਹਿਗੁਰੂ। ਭਾਈ ਬਾਲਾ ਜੀ ਕਹਿੰਦੇ ਸਾਰੀ ਸੰਗਤ ਜੀ ਸ਼ਰਧਾ ਨਾਲ ਇਹ ਕਥਾ ਜਿੰਨਾ ਸੁਣੀ ਨਾ, ਪਤਤਾਂ ਨੂੰ ਪਵਿੱਤਰ ਕਰ ਦਿੰਦੇ ਮਹਾਰਾਜ। ਜਿਸ ਤਰ੍ਹਾਂ ਗੰਦਾ ਕੱਪੜਾ ਮੈਲ ਦਾ ਭਰਿਆ ਹੋਵੇ ਤੇ ਸਰਫ ਦੇ ਵਿੱਚ ਭੇਂ ਕੇ ਕੱਢੋ ਤੇ ਸਾਫ਼, ਇਸੇ ਤਰ੍ਹਾਂ ਲੱਖਾਂ ਕਰੋੜਾਂ ਪਾਪ ਕਰਨ ਵਾਲਾ ਗੁਰੂ ਨਾਨਕ ਦੇ ਦਰਸ਼ਨ ਕਰਕੇ ਉਹਨੇ ਅੱਜ ਬੇਬੇ ਨੇ ਆਨੰਦ ਬੰਨਤਾ। ਜਿਹਦੀ ਕਥਾ ਕਰਕੇ ਸੁਣ ਕੇ ਆਨੰਦ ਆਇਆ, ਤੇ ਜਿਨ੍ਹਾਂ ਨੇ ਉੱਥੇ ਛਕਿਆ ਉਹ ਇਹ ਚੀਜ਼ ਦੇਖੋ ਨਾ, ਕਮਾਈ ਵਾਲਿਆਂ ਦਾ ਤੇ ਨਾਮ ਲੈ ਕੇ ਅੰਦਰ ਠਰ ਜਾਂਦਾ। ਤੇ ਜਿਨ੍ਹਾਂ ਨੇ ਉਸ ਵੇਲੇ ਛਕੇ ਹੋਣਗੇ ਖੰਡ ਘਿਓ ਚੌਲ, ਆਪਾਂ 700-800 ਸਮੋਸਾ ਵਾ ਚਲੇ ਨਾ ਜਾਇਓ। ਤੋ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਦੇ ਦਾਤੇ, ਰਹਿਮਤ ਦੇ ਮਾਲਕ ਕਿਰਪਾ ਕਰਨ ਜੀ। ਹੋ ਰੂਹਾਂ ਕਿੱਥੇ ਵਸਦੀਆਂ ਓ, ਰੂਹਾਂ ਕਿੱਥੇ ਵਸਦੀਆਂ। ਰੂਹਾਂ ਕਿੱਥੇ ਵਸਦੀਆਂ ਓ, ਰੂਹਾਂ ਕਿੱਥੇ ਵਸਦੀਆਂ। ਜੋ ਰੱਬ ਦਾ ਰਸਤਾ ਦੱਸਦੀਆਂ, ਜੋ ਰੱਬ ਦਾ ਰਸਤਾ ਦੱਸਦੀਆਂ। ਜੋ ਰੱਬ ਦਾ ਰਸਤਾ ਦੱਸਦੀਆਂ, ਜੋ ਰੱਬ ਦਾ ਰਸਤਾ ਦੱਸਦੀਆਂ। ਰੂਹਾਂ ਕਿੱਥੇ ਵਸਦੀਆਂ ਓ, ਰੂਹਾਂ ਕਿੱਥੇ ਵਸਦੀਆਂ। ਰੂਹਾਂ ਕਿੱਥੇ ਵਸਦੀਆਂ ਓ, ਰੂਹਾਂ ਕਿੱਥੇ ਵਸਦੀਆਂ। ਗੁਰੂਆਂ ਪੰਜਾਬ ਦੀ ਧਰਤੀ ਤੇ ਆ, 9 ਨਾਥ 52 ਵੀਰ 84 ਸਿੱਧ, 1.25 ਲੱਖ ਪੈਗੰਬਰ 33 ਕਰੋੜ ਦੇਵੀ ਦੇਵਤਾ। ਪੰਜਾਬ ਵਸਦਾ ਗੁਰਾਂ ਦੇ। ਇਸ ਕਰਕੇ ਸਾਧ ਸੰਗਤ ਜੀ ਠੀਕ ਅੱਜ ਦੌੜ ਲੱਗੀ ਆਪਣੀ ਸਭ ਦੀ ਵਿਦੇਸ਼ ਜਾਣ ਦੀ। ਉੱਥੇ ਬਹੁਤ ਕੁਝ ਮਿਲ ਜਾਣਾ, ਚਾਚੀਆਂ ਤਾਈਆਂ ਮਾਸੀਆਂ ਭੂਆ ਭਰਜਾਈਆਂ ਨਨਾਨਾ। ਜਦੋਂ ਮਾਂ ਦੀ ਯਾਦ ਆਉਂਦੀ ਨਾ, ਫਿਰ ਕੋਈ ਚੁੱਪ ਨਹੀਂ ਕਰਾ ਸਕਦਾ। ਇਹ ਗੱਲ ਲਿਖ ਕੇ ਲੈ ਜਿਓ ਜਿੰਨਾ ਜਾਣਾ ਵੀ। ਮਾਂ ਕੌਣ ਹੈ? ਪੰਜਾਬ ਦੀ ਧਰਤੀ, ਜਿੱਥੇ ਬਹਿ ਕੇ ਗੁਰੂ ਨਾਨਕ ਨੇ ਸ਼ਲੋਕ ਪੜ੍ਹਿਆ ਸੀ, ਮਾਤਾ ਧਰਤ। ਸਾਰਾ ਪੜ੍ਹ ਦਿਓ ਸ਼ਲੋਕ। ਪਵਨ ਗੁਰੂ ਮਾਤਾ ਦਿਵਸ ਰਾਤ ਦੁਇ ਦਾਈ ਦਾ, ਮਿਲੈ ਸਗਲ ਜਗਤ ਚੰਗਿਆਈਆਂ ਬੁਰਾਈਆਂ ਵਾਚੇ ਧਰਮ ਦੂਰ। ਕਰਮੀ ਆਪੋ ਆਪਣੀ ਇਹ ਮਿਲੈ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ ਇਤੀ ਛੁਟੀ ਨਾਲ।
ਸੋ ਸਾਰੀ ਸੰਗਤ ਨੂੰ ਬੇਨਤੀ ਹੈ, ਗੁਰੂ ਕੇ ਲੰਗਰ 'ਚ ਪਹੁੰਚਿਓ, ਜਲ ਪਾਣੀ ਛਕ ਕੇ ਜਾਇਓ ਜੀ। ਵਾਹਿਗੁਰੂ ਜੀ ਕਾ